ਹੈਲੋ ਸਪਨਾ ਮੈਮ ਐਂਟਰ ਹੋ ਗਏ ਜੀ ਤੁਸੀਂ। ਹੈਲੋ हेलो सर। हेलो मैम नमस्कार जी। हेलो गुड मॉर्निंग सर। गुड आफ्टरनून सर। ਗੁੱਡ ਆਫਟਰਨੂਨ ਮੈਮ। ਮੈਂ ਸਕਰੀਨ ਸ਼ੇਅਰ ਕਰਕੇ ਦੇਖਿਓ, ਮੈਂ ਕੋਸਟ ਬਣਾ ਰਿਹਾ ਤੁਹਾਨੂੰ। ਤੁਸੀਂ ਆਲਰੇਡੀ ਕੋ-ਹੋਸਟ ਹੋ, ਚੈੱਕ ਕਰ ਰਹੇ ਹੋ ਸਕਰੀਨ ਸ਼ੇਅਰ ਹੁੰਦੀ ਹੈ। हाँ जी सर। ਠੀਕ ਹੈ ਮੈਮ। हाँ जी सर। ਠੀਕ ਹੈ ਮੈਮ, ਤੁਸੀਂ ਸਟਾਰਟ ਕਰ ਲਓ ਪਲੀਜ਼। ਹੈਲੋ ਹੈਲੋ हेलो। हाँ जी मैडम। हाँ जी सॉरी सर, वो कनेक्शन हो गया सीगा खत्म। चलो कोई बात नहीं, सो स्टार्ट सर कर। सॉरी। हाँ जी। ठीक है, करो स्टार्ट प्लीज। हाँ जी। हाँ जी। टुडे टॉपिक इज ई कमर्स। ਜਦੋਂ ਆਪਾਂ ਨਾਰਮਲੀ ਆਪਾਂ ਸ਼ਾਪਿੰਗ ਕਿਸ ਤਰ੍ਹਾਂ ਕਰਦੇ ਆ, ਇੱਕ ਸ਼ਾਪ ਤੇ ਜਾਂਦੇ ਆ, ਉਸ ਸ਼ਾਪ ਤੇ ਆਪਾਂ ਕੋਈ ਆਪਣੀ ਜੋ ਵੀ ਆਪਾਂ ਸਮਾਨ ਲੈਣਾ ਉਸ ਚੀਜ਼ ਨੂੰ ਦੇਖਦੇ ਆ ਤੇ ਉੱਥੋਂ ਆਪਾਂ ਜਿਹੜੀ ਚੀਜ਼ ਆਪਾਂ ਨੂੰ ਪਸੰਦ ਆ ਜਾਵੇ ਦੈਨ ਉਹਦੀ ਆਪਾਂ ਪੇਮੈਂਟ ਕਰਕੇ ਉਸ ਚੀਜ਼ ਨੂੰ ਖਰੀਦ ਲੈਂਦੇ ਆ।
ठीक है। ਇਹਦਾ ਪ੍ਰੋਸੈਸ ਕੀ ਆਪਾਂ ਨੂੰ ਖੁਦ ਉਸ ਸ਼ੌਪ ਤੇ ਜਾਣਾ ਪੈਂਦਾ ਆ। ਬਟ ਈ-ਕਮਰਸ ਦੇ ਵਿੱਚ ਕੀ ਹੁੰਦਾ ਆ ਕਿ ਆਪਾਂ ਘਰ ਬੈਠੇ ਹੀ ਉਸ ਚੀਜ਼ ਨੂੰ ਖਰੀਦ ਸਕਦੇ ਆ, ਘਰ ਬੈਠੇ ਹੀ ਆਪਾਂ ਉਸ ਵੈਬਸਾਈਟ ਤੇ ਜਾ ਸਕਦੇ ਆ। ਜਸਟ ਆਪਾਂ ਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ, ਦੈਟ ਇਜ਼ ਇੰਟਰਨੈਟ। ठीक है, इंटरनेट। And e-commerce is the transformation of the key business process through the use of internet technology. ई-कमर्स के थ्रू आप अपने बिजनेस को इस्टैबलिश कर सकते हैं। बिजनेस ਨੂੰ ਇੱਕ ਜਿੱਦਾਂ ਆਪਾਂ ਇੱਕ ਕਿ ਕੋਈ ਪਰਸਨ ਆਪਣੇ ਕੋਲ ਆਂਦਾ ਹੈ, ਉਸ ਤੋਂ ਬੈਟਰ ਹੈ ਕਿ ਆਪਾਂ ਖੁਦ ਆਪਣੇ ਬਿਜ਼ਨਸ ਸਟੈਬਲਿਸ਼ ਕਰਨ ਲਈ ਪਰਸਨ ਦੇ ਕੋਲ ਜਾਂਦੇ ਆ। ਠੀਕ ਹੈ, ਘਰ ਬੈਠੇ ਹੀ ਆਪਾਂ ਆਪਣੀ ਜਿਹੜੀ ਵੀ ਜ਼ਰੂਰਤ ਦੀ ਚੀਜ਼ ਆ ਉਹ ਖਰੀਦ ਸਕਦੇ ਹਾਂ। ਦੈਟ ਇਜ਼ ਦਾ ਈ-ਕਮਰਸ। E-commerce is buying and selling of products, information and services over digital media. Digital media ਦੇ ਥਰੂ ਆਪਾਂ ਕੋਈ ਵੀ ਪ੍ਰੋਡਕਟਸ ਬਾਏ ਜਾਂ ਸੈਲ ਕਰ ਸਕਦੇ ਹਾਂ, ਇਨਫੋਰਮੇਸ਼ਨ ਲੈ ਸਕਦੇ ਹਾਂ, ਜਾਂ ਕੋਈ ਵੀ ਸਰਵਿਸ ਡਿਜੀਟਲ ਮੀਡੀਆ ਦੇ ਥਰੂ ਆਪਾਂ ਟ੍ਰਾਂਸਫਰ ਕਰ ਸਕਦੇ ਹਾਂ। The products ਕਿਹੜੇ ਹੋ ਸਕਦੇ ਆ? The first is electronics, ਕੋਈ books, furniture, home, appliance, clothes and shoes. ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਆਪਾਂ ਖਰੀਦਣੀ ਹੈ, ਵੇਚਣੀ ਹੋਵੇ, that is the product. Information, job, newspaper, market, forecast, health, weather, stock info, ਗਵਰਨਮੈਂਟ ਅਨਾਉਂਸਮੈਂਟਸ, ਕੋਈ ਵੀ ਚੀਜ਼ ਜਿਹੜੀ ਆਪਾਂ ਸਰਚ ਕਰਨੀ ਹੋਵੇ ਉਹ ਇਨਫੋਰਮੇਸ਼ਨ ਆਪਾਂ ਇਲੈਕਟ੍ਰੋਨਿਕਲੀ ਲੈ ਸਕਦੇ ਹਾਂ। then services the banking services हो गया, stock trading, कोई ticketing booking करानी, that is all are the e-commerce services। ਆਪਾਂ ਨੂੰ ਘਰ ਬੈਠੇ ਹੀ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਸਕਦੇ ਹਾਂ, ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। that is the e-commerce। The next is definition of the e-commerce. Sharing business information, maintaining business relationships, and conducting business transactions using computer connected to telecommunication network is called e-commerce. E-commerce ਕੀ ਹੁੰਦਾ ਕਿ ਆਪਣੇ business ਨੂੰ share ਕਰਨਾ। ठीक है, ਹੁਣ ਆਪਾਂ ਜਿਹੜਾ ਇੱਕ ਸ਼ੌਪ ਚਾਹੇ ਉਹ ਕੋਰਨਰ ਦੇ ਵਿੱਚ, ਕਿਸੇ ਵੀ ਕੋਰਨਰ ਦੇ ਵਿੱਚ ਇੱਕ ਛੋਟੀ ਜਿਹੀ ਸ਼ੌਪ ਆ, ਤੇ ਉਹਨੇ ਕੀ ਆ ਆਨਲਾਈਨ ਦੇ ਥਰੂ ਆਪਣੇ ਬਿਜ਼ਨਸ ਨੂੰ ਫਲਾਇਆ ਹੋਇਆ ਆ। ਠੀਕ ਹੈ, ਉਹਨੇ ਆਪਣੀ ਵੈਬਸਾਈਟ ਬਣਾਈ ਆ, ਉਹਦੇ ਥਰੂ ਕਿਸੇ ਪਰਸਨ ਨੂੰ ਉਹਦੀ ਸ਼ੌਪ ਤੇ ਆਉਣ ਦੀ ਲੋੜ ਨਹੀਂ, ਆਨਲਾਈਨ ਹੀ ਉਸ ਕੰਮ ਨੂੰ ਕਰਦਾ ਆ। ਠੀਕ ਹੈ, ਆਨਲਾਈਨ ਹੀ ਆਪਣੇ ਬਿਜ਼ਨਸ ਨੂੰ ਸ਼ੇਅਰ ਕਰਦਾ ਆ। ਠੀਕ ਹੈ, ਇੱਕ ਰਿਲੇਸ਼ਨਸ਼ਿਪਸ ਕ੍ਰੀਏਟ ਕਰਦਾ ਆ, ਕਮਿਊਨੀਕੇਟ ਬਣਾਉਂਦਾ ਹੈ, ਕਿਉਂਕਿ ਜਿੰਨੇ ਜ਼ਿਆਦਾ ਆਪਾਂ ਰਿਲੇਸ਼ਨ ਬਣਾਵਾਂਗੇ ਉਨਾ ਹੀ ਆਪਣਾ ਬਿਜ਼ਨਸ ਕੀ ਆ ਜ਼ਿਆਦਾ ਵਧੀਆ ਹੋਏਗਾ। E-commerce can be defined as a modern business methodology that address the needs of the organization, merchants and consumer to cut cost while improving the quality of goods and services and increasing the speed of service delivery by using internet। ई-कमर्स ਆਪਾਂ ਨੂੰ ਕੀ ਦਿੰਦਾ ਹੈ? ई-कमर्स ਇੱਕ ਆਪਾਂ ਨੂੰ ਬਿਜ਼ਨਸ ਆਰਗੇਨਾਈਜ਼ ਕਰ ਦਿੰਦਾ ਘਰ ਬੈਠੇ ਹੀ। ਠੀਕ ਹੈ, ਜਿੱਥੇ ਆਪਾਂ ਸਮਾਨ ਖਰੀਦ ਸਕਦੇ ਹਾਂ ਉੱਥੇ ਆਪਾਂ ਸਮਾਨ ਵੇਚ ਵੀ ਸਕਦੇ ਹਾਂ, ਇਨਕਮ ਵੀ ਲੈ ਸਕਦੇ ਹਾਂ। ਠੀਕ ਹੈ, ਜ਼ਰੂਰੀ ਨਹੀਂ ਹੈਗਾ ਸਿਰਫ ਸਮਾਨ ਖਰੀਦਣ ਲਈ ਹੀ ई-कमर्स ਦੀ ਵਰਤੋਂ ਕੀਤੀ ਜਾਂਦੀ ਹੈ, ਆਪਣੇ ਬਿਜ਼ਨਸ ਨੂੰ ਡਿਵੈਲਪ ਕਰਨ ਲਈ ਵੀ ई-कमर्स ਵਰਤਿਆ ਜਾਂਦਾ ਆ। ਠੀਕ ਹੈ, ई-कमर्स ਕੀ ਆਪਾਂ ਨੂੰ ਘੱਟ ਕੋਸਟ ਤੇ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਪ੍ਰੋਵਾਈਡ ਕਰਾਉਂਦਾ ਆ। ਦੈਟ ਇਜ਼ ਦਾ ई-कमर्स। ई-कमर्स ਨਾਲ ਆਪਾਂ ਨੂੰ ਕੋਈ ਕੰਪਨੀ ਦੀ ਲੋੜ ਨਹੀਂ ਪੈਂਦੀ, ਆਪਾਂ ਘਰ ਬੈਠੇ ਹੀ ਉਸ ਇੱਕ ਵੈਬਸਾਈਟ ਦੇ ਥਰੂ ਆਪਣਾ ਬਿਜ਼ਨਸ ਚਲਾ ਸਕਦੇ ਹਾਂ, ਕੋਈ ਆਪਾਂ ਨੂੰ ਫਿਜ਼ੀਕਲ ਕੰਪਨੀ ਬਣਾਉਣ ਦੀ ਲੋੜ ਨਹੀਂ ਹੈਗੀ। ਮੈਂ ਘਰ ਬੈਠੇ ਹੀ ਇੱਕ ਵੈਬਸਾਈਟ ਦੇ ਥਰੂ, ਜਿਹੜਾ ਫ੍ਰੀਲੈਂਸਰ ਜਿੱਦਾਂ ਕੰਮ ਕਰਦੇ ਆ, ਇੱਕ ਵੈਬਸਾਈਟ ਦੇ ਥਰੂ ਹੀ ਆਪਾਂ ਆਪਣੀ ਇਨਕਮ ਦਾ ਸਾਧਨ ਚੁਣ ਸਕਦੇ ਹਾਂ। ਦੈਟ ਇਜ਼ ਦਾ ई-कमर्स। ਦੈਨ ਨੈਕਸਟ, ਫਾਰਮਸ ਆਫ ई-कमर्स। ई-कमर्स ਦੀਆਂ ਕਿਹੜੀਆਂ ਫਾਰਮਸ ਹੁੰਦੀਆਂ? ई-कमर्स ਦੀਆਂ ਦੋ ਫਾਰਮਸ ਹੁੰਦੀਆਂ ਆ। ਫਰਸਟ ਇਜ਼ ਪਿਓਰ ई-कमर्स ਐਂਡ ਸੈਕਿੰਡ ਇਜ਼ ਪਾਰਸ਼ੀਅਲ ई-कमर्स। ਪਿਓਰ ई-कमर्स ਕੀ ਹੁੰਦੀ ਹੈ? ਜਦੋਂ ਆਪਾਂ ਆਪਣਾ ਪੂਰਾ ਡਾਟਾ ਸਿਰਫ ਡਿਜੀਟਲੀ ਕਰੀਏ। ਜਿੱਦਾਂ ਮੰਨ ਲਓ ਆਪਾਂ ਐਗਜ਼ਾਮਪਲ ਲੈਂਦੇ ਆ ਸੌਫਟਵੇਅਰ। ਆਪਾਂ ਇੱਕ ਸੌਫਟਵੇਅਰ ਨੂੰ ਆਨਲਾਈਨ ਦੇਖਿਆ, ਉਸਨੂੰ ਆਨਲਾਈਨ ਹੀ ਪਰਚੇਜ਼ ਕਰ ਲਿਆ ਐਂਡ ਆਨਲਾਈਨ ਹੀ ਉਸਦੀ ਪੇਮੈਂਟ ਕਰ ਦਿੱਤੀ। ਦੈਟ ਇਜ਼ ਦਾ ਪਿਓਰ ई-कमर्स। ਐਂਡ ਪਾਰਸ਼ੀਅਲ ई-कमर्स ਦੋ ਤਰ੍ਹਾਂ ਦੇ ਹੁੰਦੇ ਆ, ਜਿਹਦੇ ਵਿੱਚ ਆਪਾਂ ਆਪਣੀ ਪੇਮੈਂਟ, ਆਪਾਂ ਸਮਾਨ ਤਾਂ ਆਨਲਾਈਨ ਦੇਖ ਲਿਆ ਲੇਕਿਨ ਉਹਦੀ ਪੇਮੈਂਟ ਆਨਲਾਈਨ ਨਹੀਂ ਕੀਤੀ। ਠੀਕ ਹੈ, ਕੈਸ਼ ਔਨ ਡਿਲੀਵਰੀ ਕਰ ਦੇਈ।
ठीक है। ਉਹਦੇ ਨਾਲ ਕੀ ਆ, ਇਹ ਹੋ ਗਈ ਪਾਰਸ਼ਲ ਈ-ਕਮਰਸ ਕਿ ਆਪਾਂ ਸਮਾਨ ਤਾਂ ਆਨਲਾਈਨ ਖਰੀਦ ਲਿਆ, ਸਮਾਨ ਆਨਲਾਈਨ ਦੇਖ ਵੀ ਲਿਆ, ਲੇਕਿਨ ਉਹਦੀ ਪੇਮੈਂਟ ਜਿਹੜੀ ਆ ਉਹ ਆਪਾਂ ਕੈਸ਼ ਇਨ ਹੈਂਡ ਕੀਤੀ ਆ। ਠੀਕ ਹੈ। ਜਾਂ ਫਿਰ ਹੋ ਸਕਦਾ ਕੋਈ ਆਪਾਂ ਕੋਈ ਪ੍ਰੋਡਕਟ ਆ, ਠੀਕ ਹੈ, ਹੁਣ ਪ੍ਰੋਡਕਟ ਆਪਾਂ ਨੂੰ ਆਨਲਾਈਨ ਨਹੀਂ ਆਏਗਾ, ਪ੍ਰੋਡਕਟ ਆਪਾਂ ਨੂੰ ਕੋਈ ਜਿਹੜਾ ਡਿਲੀਵਰ ਬੁਆਏ ਆ, ਪ੍ਰੋਡਕਟ ਦਾ ਜੋ ਡਿਲੀਵਰ ਬੁਆਏ ਆ ਉਹ ਆਪਣਾ ਲੈ ਕੇ ਆਏਗਾ। ਠੀਕ ਹੈ। ਸੋ ਉਹਦੇ ਨਾਲ ਕੀ ਆ, ਉਹ ਫਿਜ਼ੀਕਲੀ ਆਪਾਂ ਨੂੰ ਉਹ ਸਮਾਨ ਪ੍ਰੋਵਾਈਡ ਕਰੇਗਾ। that is the partial e-commerce। partial e-commerce ਦੋ ਤਰ੍ਹਾਂ ਦੀ ਹੋ ਸਕਦੀ ਹੈ, ਜਿਹਦੇ ਵਿੱਚ ਆਪਾਂ ਪੇਮੈਂਟ ਵੀ ਡਿਜੀਟਲ ਨਹੀਂ ਕੀਤੀ ਜਾਂ ਫਿਰ ਆਪਾਂ ਨੂੰ ਜਿਹੜੀ ਡਿਲੀਵਰੀ ਆ ਉਹ ਡਿਜੀਟਲ ਨਹੀਂ ਹੋਈ। that is the partial e-commerce and pure e-commerce ਜਿਹਦੇ ਵਿੱਚ ਆਪਾਂ ਪੇਮੈਂਟ ਵੀ ਡਿਜੀਟਲ ਕੀਤੀ ਆ, ਆਪਾਂ ਨੂੰ ਸਮਾਨ ਵੀ ਡਿਜੀਟਲ ਮਿਲਿਆ ਆ ਐਂਡ ਆਪਾਂ ਇਨਫੋਰਮੇਸ਼ਨ ਵੀ ਡਿਜੀਟਲ ਹੀ ਲਈ ਆ। that is the pure e-commerce and the next is history of e-commerce। e-commerce ਕਦੋਂ ਇਹਦੀ ਸਟਾਰਟ ਹੋਇਆ? ਅੱਜ ਤੋਂ 40 ਸਾਲ ਪਹਿਲਾਂ e-commerce ਦੀ ਸ਼ੁਰੂਆਤ ਹੋਈ ਸੀ। ਲੇਕਿਨ e-commerce ਜਿੱਦਾਂ ਆਪਾਂ ਨੂੰ ਵੀ ਪਤਾ ਹੈ, ਕੰਪਿਊਟਰ ਪਹਿਲਾਂ ਕੀ ਹੁੰਦਾ ਸੀ, ਸਿਰਫ ਮਿਲਟਰੀ ਲਈ ਹੀ ਯੂਜ਼ ਹੋਇਆ ਸੀ। ਸਭ ਤੋਂ ਪਹਿਲਾਂ ਜਿਹੜਾ ਇੰਟਰਨੈਟ ਸੀਗਾ ਉਹ ਮਿਲਟਰੀ ਲਈ ਹੀ ਯੂਜ਼ ਹੋਇਆ ਸੀਗਾ ਫॉर द ਕਮਿਊਨੀਕੇਸ਼ਨ। ਇਸੇ ਤਰੀਕੇ ਨਾਲ ਹੀ e-commerce ਵੀ ਉਹਨਾਂ ਲਈ ਹੀ ਸਭ ਤੋਂ ਪਹਿਲਾਂ ਯੂਜ਼ ਹੋਇਆ ਸੀ, ਜਾਂ ਲਾਰਜ ਕੰਪਨੀਜ਼ ਲਈ, ਬੈਂਕਸ ਲਈ। ਹੁਣ ਤਾਂ ਜਿੱਦਾਂ ਇੱਕ ਹਰੇਕ ਸ਼ਹਿਰ ਦੇ ਵਿੱਚ ਇੰਟਰਨੈਟ ਅਵੇਲੇਬਲ ਹੈਗਾ ਆ, ਚਾਹੇ ਕੋਈ ਛੋਟਾ ਪਿੰਡ ਹੈ ਚਾਹੇ ਉਹ ਸ਼ਹਿਰ ਹੈ, ਲੇਕਿਨ ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ। ਇਸੇ ਲਈ e-commerce ਵੀ ਹਰੇਕ ਜਗ੍ਹਾ ਤੇ ਅਵੇਲੇਬਲ ਨਹੀਂ ਸੀ, ਸਿਰਫ ਲਾਰਜ ਕੰਪਨੀਜ਼ ਲਈ, ਸਿਰਫ ਲਾਰਜ ਬੈਂਕਸ ਲਈ ਜਾਂ ਮਿਲਟਰੀ ਲਈ, ਫॉर द ਟੈਲੀਕਮਿਊਨੀਕੇਸ਼ਨਸ, ਕਿ ਉਹ ਆਪਣਾ ਜੋ ਕਿ ਇੱਕ ਕਮਿਊਨੀਕੇਟ ਬਣਾਈ ਰੱਖਣ। ਠੀਕ ਹੈ। ਇੱਕ ਦੂਸਰੇ ਨਾਲ ਗੱਲਬਾਤ ਕਰ ਸਕਣ। ਜਸਟ ਇਸ ਲਈ e-commerce ਸ਼ੁਰੂ ਹੋਇਆ ਸੀ ਇਨ 1960 ਦੇ ਵਿੱਚ। ਲੇਕਿਨ ਆਪਾਂ ਨੂੰ ਪਤਾ 1969 ਦੇ ਵਿੱਚ ਇੰਟਰਨੈਟ ਸਟਾਰਟ ਹੋ ਗਿਆ, ਲੇਕਿਨ ਉਸ ਤੋਂ ਬਾਅਦ ਹੀ ਟ੍ਰਾਂਜੈਕਸ਼ਨ ਸਟਾਰਟ ਹੋਈਆਂ, ਆਪਣਾ ਡਾਟਾ ਕੀ ਆ ਸੈਂਡ ਹੋਣਾ ਸਟਾਰਟ ਹੋਇਆ। ਠੀਕ ਹੈ। ਫਿਰ ਕੀ ਸੀਗੇ ਬੈਂਕ, ਜਿਹੜੇ ਬੈਂਕਸ ਸੀਗੇ ਜਾਂ ਮਿਲਟਰੀ ਜਾਂ ਫਿਰ ਕੰਪਨੀ ਸੀਗੀਆਂ, ਆਪਣੀ ਫਾਈਲਸ ਨੂੰ ਇੱਕ ਤੋਂ ਦੂਜੀ ਜਗ੍ਹਾ ਤੱਕ ਭੇਜ ਸਕਦੇ ਸੀਗੇ। that is the e-commerce। then ਜਿਹੜਾ ਥਰਡ ਪੁਆਇੰਟ ਦੇ ਵਿੱਚ ਇਹਨੇ ਲਿਖਿਆ ਕਿ ਉਸ ਤੋਂ ਬਾਅਦ ਕੀ ਆ ਆਪਣੀ EDI। EDI is electronic data interchange। ਇਲੈਕਟ੍ਰੋਨਿਕ ਡਾਟਾ ਇੰਟਰਚੇਂਜ ਕੀ ਹੁੰਦਾ ਆ ਕਿ ਇਲੈਕਟ੍ਰੋਨਿਕਲੀ ਇੱਕ ਸੌਫਟਵੇਅਰ ਤੋਂ ਦੂਜੇ ਸੌਫਟਵੇਅਰ ਦੇ ਵਿੱਚ ਡਾਟਾ ਐਕਸਚੇਂਜ ਕਰਨਾ। that is EDI। ਠੀਕ ਹੈ। ਉਸ ਤੋਂ ਬਾਅਦ ਕੀ ਇਲੈਕਟ੍ਰੋਨਿਕ ਫੰਡਸ ਟ੍ਰਾਂਸਫਰ, ਕਿ ਆਪਾਂ ਆਨਲਾਈਨ ਆਪਣਾ ਡਾਟਾ ਨੂੰ ਵੀ ਟ੍ਰਾਂਸਫਰ ਕਰ ਸਕਦੇ ਸੀ, ਮਨੀ ਟ੍ਰਾਂਸਫਰ ਕਰ ਸਕਦੇ ਸੀਗੇ। ਮਨੀ ਟ੍ਰਾਂਸਫਰ ਕਰਨ ਦੇ ਨਾਲ ਹੀ ਆਪਾਂ ਨੂੰ ਕੀ ਨੈਕਸਟ ਪੁਆਇੰਟ ਕੀ ਆ, ਕ੍ਰੈਡਿਟ ਕਾਰਡ, ATM ਕਾਰਡਸ, ਡੈਬਿਟ ਕਾਰਡਸ ਇਹ ਵੀ ਬਣ ਗਏ। ਉਹਦੇ ਨਾਲ ਕੀ ਆਪਾਂ ਆਪਣੀ ਸਾਡੀ ਪੇਮੈਂਟ ਕਰਨ ਦਾ ਜਿਹੜਾ ਪ੍ਰੋਸੈਸ ਸੀਗਾ ਉਹ ਸੌਖਾ ਹੋ ਗਿਆ। ਠੀਕ ਹੈ। ਆਪਾਂ ਨੂੰ ਫਿਜ਼ੀਕਲੀ ਪੇਮੈਂਟ ਨਹੀਂ ਕਰਨੀ ਪੈਂਦੀ ਸੀ, ਆਪਾਂ ਆਨਲਾਈਨ ਹੀ ਜੋ ਚੀਜ਼ ਲੈਣਾ ਚਾਹੁੰਦੇ ਆ ਉਸ ਚੀਜ਼ ਨੂੰ ਬਾਏ ਕਰ ਸਕਦੇ ਸੀ ਐਂਡ ਆਨਲਾਈਨ ਹੀ ਉਸ ਚੀਜ਼ ਦੀ ਪੇਮੈਂਟ ਕਰ ਸਕਦੇ ਸੀਗੇ। ਠੀਕ ਹੈ। ਕ੍ਰੈਡਿਟ ਕਾਰਡ, ATM ਕਾਰਡ ਇਜ਼ ਐਂਡ ਡੈਬਿਟ ਕਾਰਡ। ਠੀਕ ਹੈ। ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੇ ਵਿੱਚ ਕਈ ਵਾਰੀ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਆ ਨਾ, ਫਰਕ ਨਹੀਂ ਪਤਾ ਹੁੰਦਾ। ਅਬ ਅੱਗੇ ਵੈਸੇ ਆਪਾਂ ਪੜਾਂਗੇ ਪੇਮੈਂਟ ਦੇ ਸਟੈਪ ਦੇ ਵਿੱਚ। ਕ੍ਰੈਡਿਟ ਕਾਰਡ ਕੀ ਹੁੰਦਾ, ਜਿਹੜਾ ਆਪਾਂ ਕੀ ਪਹਿਲਾਂ ਬੈਂਕ ਦੇ ਕੋਲੋਂ ਇਸ਼ੂ ਕਰਾ ਲਈਦਾ ਆ। ਠੀਕ ਹੈ। ਉਹਦੀ ਪੇਮੈਂਟ ਕੀ ਆ ਆਪਾਂ ਬਾਅਦ ਚ ਕਰੀਦੀ ਆ। ਲੇਕਿਨ ਡੈਬਿਟ ਕਾਰਡ ਦੇ ਵਿੱਚ ਕੀ ਹੁੰਦਾ ਆ, ਆਪਣੇ ਅਕਾਊਂਟ ਦੇ ਵਿੱਚੋਂ ਪੈਸੇ ਕੱਟ ਹੁੰਦੇ ਆ। that is the debit card। ਕ੍ਰੈਡਿਟ ਕਾਰਡ ਦੇ ਵਿੱਚ ਕੀ ਹੁੰਦਾ ਆ, ਪਹਿਲਾਂ ਹੀ ਆਪਾਂ ਪੈਸੇ ਪਹਿਲਾਂ ਆਪਣੇ ਕੀ ਹੈ ਬੈਂਕ ਜਿਹੜਾ ਹੁੰਦਾ ਹੈ ਆਪਣੇ ਪੈਸੇ ਭਰ ਦਿੰਦਾ ਆ, ਉਸ ਤੋਂ ਬਾਅਦ ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਆਪਾਂ ਕ੍ਰੈਡਿਟ ਕਾਰਡ ਦੀ ਜਿਹੜੀ ਰਿਟਰਨ ਹੁੰਦੀ ਆ ਉਹ ਪੇ ਕਰਨੀ ਹੁੰਦੀ ਆ। ਠੀਕ ਹੈ। ਦੈਨ 1982 ਦੇ ਵਿੱਚ ਪ੍ਰੋਟੋਕੋਲਸ ਡਿਵੈਲਪ ਹੋਏ ਸੀਗੇ, that is TCP and IP। ਪ੍ਰੋਟੋਕੋਲਸ ਆਪਾਂ ਨੈਟਵਰਕ ਦੇ ਵਿੱਚ ਪੜਿਆ, that is set of the rules। ਇਹਦੇ ਨਾਲ ਕੀ ਸੀਗਾ, ਆਪਾਂ ਜਿਹੜੀ ਇਨਫੋਰਮੇਸ਼ਨ ਸੈਂਡ ਕਰਦੇ ਸੀ ਉਹ ਪੈਕੇਜ ਦੇ ਥਰੂ ਕਰ ਸਕਦੇ ਸੀਗੇ। ਠੀਕ ਹੈ। ਜਿੱਦਾਂ ਕੋਈ ਲਾਰਜ ਇਨਫੋਰਮੇਸ਼ਨ ਆ ਉਹਨੂੰ ਆਪਾਂ ਤੋੜ ਕੇ ਪੈਕੇਜ ਦੀ ਫਾਰਮ ਦੇ ਵਿੱਚ ਸਵਿਚ ਕਰ ਸਕਦੇ ਸੀਗੇ। ਠੀਕ ਹੈ। ਸਵਿਚਿੰਗ ਟੈਕਨੋਲੋਜੀ ਆ ਗਈ ਸੀ। ਦੈਨ ਉਹਦੇ ਨਾਲ ਕੀ ਆਪਣਾ ਡਾਟਾ ਕੀ ਆ ਈਜ਼ੀਲੀ ਸੈਂਡ ਹੋ ਸਕਦਾ ਸੀਗਾ। ਠੀਕ ਹੈ। ਉਹਨੂੰ ਕੰਪਰੈਸ ਕਰਕੇ ਡਾਟਾ ਆਪਾਂ ਸੈਂਡ ਕਰ ਸਕਦੇ ਸੀਗੇ। ਐਂਡ 1990 ਦੇ ਵਿੱਚ ਕੀ ਆ ERP, ਡਾਟਾ ਮਾਈਨਿੰਗ ਐਂਡ ਡਾਟਾ ਵੇਅਰਹਾਊਸ। ਇਹਦਾ ਮਤਲਬ ਕਿ ਆਪਾਂ ਜਿਹੜੀ ਆਪਾਂ ਨੂੰ ਇੰਪੋਰਟੈਂਟ ਇਨਫੋਰਮੇਸ਼ਨ ਆ ਉਹ ਚੀਜ਼ ਨੂੰ ਲੈ ਕੇ ਆਪਾਂ ਆਪਣਾ ਡਾਟਾ ਉਹ ਡਾਟਾ ਸੈਂਡ ਕਰ ਸਕਦੇ ਸੀਗੇ, ਜਿਹੜੀ 1990 ਦੇ ਵਿੱਚ ਡਿਵੈਲਪ ਹੋਈ ਸੀ, ਡਾਟਾ ਮਾਈਨਿੰਗ ਐਂਡ ਡਾਟਾ ਵੇਅਰਹਾਊਸਿੰਗ। 1995 ਦੇ ਵਿੱਚ ਪੇਮੈਂਟਸ ਆਨਲਾਈਨ ਜਿੱਥੇ ਆਪਾਂ ਬਾਈ ਵੀ ਕਰ ਸਕਦੇ ਸੀ, ਆਨਲਾਈਨ ਡਾਟਾ ਸੈਲ ਕਰਨਾ, ਬਾਈ ਕਰਨਾ, ਇਹ ਵੀ ਕੰਮ ਸਟਾਰਟ ਹੋ ਗਿਆ ਸੀਗਾ। ਉਦੋਂ ਦੋ ਵੈਬਸਾਈਟ ਜਿਹੜੀਆਂ Amazon ਐਂਡ eBay।
ठीक है, ਜਿਹੜੀ ਅੱਜ ਵੀ ਹੀ ਯੂਜ਼ ਹੁੰਦੀਆਂ ਸਕਸੈਸਫੁਲ ਕੰਪਨੀਆਂ ਆ ਦੋਨੋਂ, ਠੀਕ ਹੈ, ਇੰਟਰਨੈਟ ਦੇ ਉੱਪਰ ਇਹਨਾਂ ਦੇ ਥਰੂ ਸਮਾਨ ਖਰੀਦਿਆ ਜਾਂ ਵੇਚਿਆ ਜਾ ਸਕਦਾ ਸੀਗਾ। So this is the history of the e-commerce. And the next process of e-commerce. E-commerce ਦਾ ਜਿਹੜਾ ਪ੍ਰੋਸੈਸ ਆ ਉਹ ਕਿਸ ਤਰ੍ਹਾਂ ਸਟਾਰਟ ਹੁੰਦਾ ਆ, ਠੀਕ ਹੈ। ਫਸਟ ਆਫ ਤੁਹਾਨੂੰ ਮੈਂ ਐਗਜ਼ਾਮਪਲ ਦਿਖਾਉਂਗੀ। ਪ੍ਰੋਸੈਸ ਆਫ ਦਾ e-commerce, ਇਹਦੇ ਵਿੱਚ ਕੀ ਆ, ਇੱਕ ਯੂਜ਼ਰ ਕਲਾਇੰਟ ਆ, ਕਲਾਇੰਟ ਨੇ ਇੱਕ ਵੈਬਸਾਈਟ ਦੇ ਉੱਪਰ ਗਿਆ, ਵੈਬਸਾਈਟ ਦੇ ਉੱਪਰ ਉਹਨੂੰ ਜਿਸ ਚੀਜ਼ ਦੀ ਲੋੜ ਆ, ਠੀਕ ਹੈ, ਉਹਨੇ ਉਹ ਚੀਜ਼ਾਂ ਨੂੰ ਸ਼ਾਪਿੰਗ ਕਾਰਟ ਦੇ ਵਿੱਚ ਪਾ ਲਿਆ। ਜਿੱਦਾਂ ਨਾਰਮਲੀ ਆਪਾਂ ਸ਼ਾਪ ਤੇ ਜਾਂਦੇ ਆ, ਸ਼ਾਪ ਦੇ ਵਿੱਚ ਆਪਾਂ ਨੂੰ ਜਾਂ ਮਾਲ 'ਚ ਜਾਂਦੇ, ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਉਹਨਾਂ ਨੂੰ ਆਪਾਂ ਆਪਣੀ ਕਾਰਟ ਦੇ ਵਿੱਚ ਪਾ ਲੈਂਦੇ ਆ ਜਾਂ ਆਪਣੀ ਟੋਕਰੀ ਦੇ ਵਿੱਚ ਪਾ ਲੈਂਦੇ ਆ, ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ, ਠੀਕ ਹੈ। ਫਿਰ ਉਹ ਜੋ ਸਮਾਨ ਲੈਣ ਤੋਂ ਬਾਅਦ ਆਪਾਂ ਕੀ ਕਰਦੇ, ਉਹਦੀ ਪੇਮੈਂਟ ਕਰਦੇ ਆ। ਸੇਮ ਇਜ਼ ਦਾ ਪ੍ਰੋਸੈਸ ਵਿਦ e-commerce। ਇਲੈਕਟ੍ਰੋਨਿਕਲੀ ਵੀ ਆਪਾਂ ਇਹ ਚੀਜ਼ਾਂ ਨੂੰ ਇਸ ਤਰੀਕੇ ਨਾਲ ਹੀ ਕਰਦੇ ਆ, ਠੀਕ ਹੈ। ਕਿ ਇਹਦੇ ਵਿੱਚ ਕੀ ਹੁੰਦਾ ਆ, ਸਭ ਤੋਂ ਪਹਿਲਾਂ ਇੱਕ ਕਲਾਇੰਟ ਵੈਬਸਾਈਟ ਤੇ ਜਾਂਦਾ ਆ, ਦੈਨ ਉਸ ਤੋਂ ਬਾਅਦ ਕੀ ਆ, ਸ਼ਾਪਿੰਗ ਕਾਰਟ ਦੇ ਵਿੱਚ ਜਿਹੜੀਆਂ ਉਹਨੂੰ ਆਈਟਮ ਚਾਹੀਦੀਆਂ ਆ ਉਹ ਆਈਟਮਸ ਨੂੰ ਸ਼ਾਪਿੰਗ ਕਾਰਟ ਦੇ ਵਿੱਚ ਪਾ ਲੈਂਦਾ, ਐਂਡ ਉਸ ਤੋਂ ਬਾਅਦ ਉਹਦੀ ਪੇਮੈਂਟ ਕਰ ਦਿੰਦਾ। ਇਦਾਂ ਨਹੀਂ ਕਿ ਜਿੱਦਾਂ ਆਪਾਂ ਨਾਰਮਲੀ ਆਪਾਂ ਕੋਈ ਸਮਾਨ ਨਹੀਂ ਚਾਹੀਦਾ ਆਪਾਂ ਰੱਖ ਦਿੰਦੇ, ਇਸੇ ਤਰੀਕੇ ਇਲੈਕਟ੍ਰੋਨਿਕਲੀ ਵੀ ਆਪਾਂ ਇਸੇ ਤਰੀਕੇ ਨਾਲ ਵੀ ਕਰ ਸਕਦੇ ਆ, ਠੀਕ ਹੈ। ਆਪਾਂ ਉਹ ਸਮਾਨ ਨੂੰ ਜੇਕਰ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਆਪਾਂ ਉਸ ਚੀਜ਼ ਨੂੰ ਡਿਲੀਟ ਵੀ ਕਰ ਸਕਦੇ ਆ ਆਪਣੇ ਸ਼ਾਪਿੰਗ ਕਾਰਟ ਦੇ ਵਿੱਚੋਂ। ਦੈਨ ਉਸ ਤੋਂ ਬਾਅਦ ਕੀ ਆ, ਉਹਦੀ ਪੇਮੈਂਟ ਕਰਦੇ ਆ। ਪੇਮੈਂਟ ਤੋਂ ਬਾਅਦ ਕੀ ਆਪਣਾ ਆਰਡਰ ਕੰਪਲੀਟ ਹੋ ਜਾਂਦਾ। ਉਸ ਤੋਂ ਬਾਅਦ ਦੋ ਪ੍ਰੋਸੈਸ ਹੁੰਦੇ ਆ, ਇੱਕ ਆਪਾਂ ਇੱਕ ਯੂਜ਼ਰ ਨੂੰ ਕੀ ਕਲਾਇੰਟ ਜਿਹੜਾ ਹੁੰਦਾ ਕਸਟਮਰ, ਉਹਨੂੰ ਕੀ ਆ ਈਮੇਲ ਜਾਂਦੀ ਆ ਕੰਪਨੀ ਵੱਲੋਂ, ਜਿੱਥੋਂ ਆਪਾਂ ਵੈਬਸਾਈਟ ਵੱਲੋਂ, ਕਿ ਤੁਹਾਡਾ ਡਾਟਾ ਕੀ ਆ ਉਹ ਕੰਪਲੀਟ ਹੋ ਚੁੱਕਿਆ ਆ ਤੇ ਉਹ ਡਾਟਾ ਤੁਹਾਡਾ ਤਿਆਰ ਹੋ ਕੇ ਸ਼ਿਪਿੰਗ ਲਈ ਜਾਏਗਾ। ਉਸ ਤੋਂ ਬਾਅਦ ਕੀ ਆਪਣਾ ਜਿਹੜਾ ਆਰਡਰ ਕੰਪਲੀਟ ਹੋ ਗਿਆ ਉਹ ਵੇਅਰ ਹਾਊਸ ਤੋਂ ਜਾਂਦਾ ਆ, ਜਿਹਦੇ ਵਿੱਚ ਕੀ ਆਪਣਾ ਸਾਰਾ ਡਾਟਾ ਆਰਗੇਨਾਈਜ਼ ਕੀਤਾ ਜਾਂਦਾ, ਜੋ ਜੋ ਆਪਾਂ ਚੀਜ਼ਾਂ ਦੀ ਆਪਾਂ ਨੂੰ ਲੋੜ ਆ, ਠੀਕ ਹੈ। ਉਸ ਤੋਂ ਬਾਅਦ ਕੀ ਉਹ ਡਾਟਾ ਸ਼ਿਪਿੰਗ ਲਈ ਭੇਜਿਆ ਜਾਂਦਾ ਆ, ਜਿਹਦੇ ਥਰੂ ਆਪਣਾ ਡਾਟਾ ਕੀ ਆਪਣੇ ਦਿੱਤੇ ਹੋਏ ਐਡਰੈਸ ਦੇ ਉੱਪਰ ਪਹੁੰਚ ਜਾਂਦਾ ਹੈ ਐਂਡ ਕਲਾਇੰਟ ਕੀ ਆ ਉਸ ਚੀਜ਼ ਨੂੰ ਰਿਸੀਵ ਕਰ ਲੈਂਦਾ ਆ। ਦਿਸ ਇਜ਼ ਦਾ ਪ੍ਰੋਸੈਸ ਆਫ ਦਾ e-commerce। ਆਪਾਂ ਥਿਓਰੀਟਿਕਲ ਦੇਖਦੇ ਹਾਂ। A consumer use web browser to connect to the home page of a merchant website on the internet। ਪਹਿਲਾਂ ਕੀ ਆ, ਹੋਮ ਪੇਜ ਤੇ ਜਾ ਕੇ ਇੱਕ ਹੋਮ ਪੇਜ ਤੇ ਜਾਂਦਾ, ਉੱਥੇ ਵੈਬਸਾਈਟ ਇੰਟਰਨੈਟ ਦੇ ਥਰੂ ਸਰਚ ਕਰਦਾ ਆ ਕਸਟਮਰ। ਦੈਨ ਉਸ ਤੋਂ ਬਾਅਦ ਕੀ ਆ, ਉਹਨੂੰ ਜਿਹੜੀ ਚੀਜ਼ਾਂ ਦੀ ਉਹਨੂੰ ਲੋੜ ਆ ਪਰਚੇਸ ਕਰਨੀ ਆ ਉਹਨਾਂ ਨੂੰ ਸ਼ਾਪਿੰਗ ਕਾਰਟ ਦੇ ਵਿੱਚ ਪਾ ਲੈਂਦਾ, ਐਂਡ ਦੈਨ ਕੀ ਆ, ਜਿਹੜੀ ਉਹਦੀ ਜੋ ਉਹਨੇ ਪਰਚੇਸ ਲਿਸਟ ਬਣਾ ਲਈ ਆ, ਜੋ ਸਮਾਨ ਲੈ ਲਿਆ ਉਹਨੇ, ਉਹਦੀ ਪੇਮੈਂਟ ਕਰਦਾ, ਐਂਡ ਜਿਹੜਾ ਆਰਡਰ ਆ ਆਪਾਂ ਨੂੰ ਦਿੱਤੇ ਹੋਏ ਐਡਰੈਸ ਦੇ ਉੱਪਰ ਪਹੁੰਚ ਜਾਂਦਾ ਐਂਡ ਕਲਾਇੰਟ ਉਹਨੂੰ ਰਿਸੀਵ ਕਰ ਲੈਂਦਾ। ਦਿਸ ਇਜ਼ ਦਾ ਪ੍ਰੋਸੈਸ ਆਫ e-commerce। And then next is scope of e-commerce। e-commerce ਦਾ scope ਕੀ ਆ? e-commerce ਅਜੇ ਜਿੱਦਾਂ ਆਪਣੀ e-marketing, internet commerce and EDI, ਇਹਨਾਂ ਨੂੰ ਮਿਲਾ ਕੇ ਆਪਣਾ ਬਣਦਾ e-commerce ਦਾ scope, ਠੀਕ ਹੈ। ਆਪਾਂ ਆਪਣੇ ਬਿਜ਼ਨਸ ਨੂੰ ਟ੍ਰਾਂਜੈਕਟ ਕਰਦੇ ਹਾਂ, ਆਪਣੇ ਬਿਜ਼ਨਸ ਦੀਆਂ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਆ, ਠੀਕ ਹੈ, ਕੋਈ ਇਨਫੋਰਮੇਸ਼ਨ ਐਕਸਚੇਂਜ ਕਰਨਾ, that is the e-commerce, ਠੀਕ ਹੈ। ਕੋਈ ਵੀ ਚੀਜ਼ ਦੀ ਖਰੀਦਦਾਰੀ ਕਰਨਾ, ਚਾਹੇ ਉਹ ਇੱਕ ਰਿਲੇਸ਼ਨਸ਼ਿਪ ਬਣਾ ਕੇ ਰੱਖਦਾ ਹੈ e-commerce, ਚਾਹੇ ਉਹ ਬਿਜ਼ਨਸ ਦਾ ਇੱਕ ਬਿਜ਼ਨਸ ਟੂ ਬਿਜ਼ਨਸ ਬਣਾ ਕੇ ਰੱਖੇ, ਚਾਹੇ ਬਿਜ਼ਨਸ ਦਾ ਕਸਟਮਰ ਨਾ ਬਣਾ ਕੇ ਰੱਖੇ, ਐਡਮਿਨਿਸਟ੍ਰੇਟਰਸ ਨਾ ਬਣਾ ਕੇ ਰੱਖੇ, that is the scope of the e-commerce। ਆਪਣੇ ਕੈਟਾਗਰੀਜ਼, scope ਦੇ 3 ਕੈਟਾਗਰੀਜ਼ ਹੁੰਦੀਆਂ, that is electronic markets, electronic data interchange and internet commerce। First is electronic market। electronic market is the e-marketing, ਜਿਹਦੇ ਵਿੱਚ ਕੀ ਆ ਆਪਾਂ ਵੈਬਸਾਈਟ ਦੇ ਥਰੂ ਹੀ ਸਮਾਨ ਖਰੀਦਦੇ ਆ, ਵੇਚ ਸਕਦੇ ਆ, ਠੀਕ ਹੈ। ਆਪਾਂ ਨਾਰਮਲੀ ਆਪਾਂ ਐਮਾਜ਼ਨ ਤੇ ਜਾਂ ਫਲਿੱਪਕਾਰਟ ਤੇ ਨਾਰਮਲੀ ਦੇਖਦੇ ਰਹਿੰਦੇ, ਜਿਹੜੀ ਸਮਾਨ ਦੀ ਆਪਾਂ ਨੂੰ ਲੋੜ ਆ ਉਸ ਚੀਜ਼ ਨੂੰ ਆਪਾਂ ਆਰਡਰ ਕਰਕੇ ਬਾਈ ਕਰ ਲੈਂਦੇ ਆ। ਇਸੇ ਤਰੀਕੇ ਨਾਲ ਹੀ ਆਪਾਂ ਸੈਲ ਵੀ ਕਰ ਸਕਦੇ, ਜਿਹੜਾ ਬਿਜ਼ਨਸ ਆ ਉਹ ਕੀ ਆ ਉਹਨਾਂ ਚੀਜ਼ਾਂ ਨੂੰ ਵੇਚਦਾ ਆ। Then electronic data interchange। electronic data interchange is EDI। EDI ਕੀ ਹੁੰਦਾ ਹੈ? ਇਹਦੇ ਵਿੱਚ ਆਪਾਂ ਜਿੱਦਾਂ ਨਾਰਮਲੀ ਆਪਾਂ ਕੋਈ ਸਮਾਨ ਲੈਣਾ ਹੋਵੇ, ਆਪਾਂ ਉਹਨੂੰ ਲਿਸਟ ਬਣਾ ਕੇ ਦਿੰਦੇ ਆ, ਹਨਾ, ਪੇਪਰ ਤੇ ਲਿਸਟ ਬਣਾ ਕੇ ਆਪਾਂ ਨੂੰ ਉਦੋਂ ਆਪਾਂ ਨੂੰ ਬਿੱਲ ਮਿਲਦਾ ਆ। ਲੇਕਿਨ EDI ਇਦਾਂ ਨਹੀਂ ਹੁੰਦਾ, ਠੀਕ ਹੈ। ਆਪਾਂ ਨੂੰ ਇਨਵੋਇਸ ਨੰਬਰ ਲੈਣ ਲਈ ਏਡਾ ਵੱਡਾ ਪ੍ਰੋਸੈਸ ਨਹੀਂ ਕਰਨਾ ਪੈਂਦਾ। EDI ਦੇ ਵਿੱਚ ਆਪਾਂ ਜਸਟ ਆਪਾਂ ਜੋ ਇਨਫੋਰਮੇਸ਼ਨ ਆਪਾਂ ਨੂੰ ਚਾਹੀਦੀ ਆ, ਠੀਕ ਹੈ, ਆਪਾਂ ਨੂੰ ਜੋ ਡਾਟਾ ਉਹ ਸਿੱਧਾ ਹੀ ਜਿਹੜਾ ਬਿਜ਼ਨਸਮੈਨ ਹੁੰਦਾ ਆ ਉਹ ਮਰਚੈਂਟ ਨੂੰ, ਸਪਲਾਇਰ ਨੂੰ ਸਿੱਧਾ ਡਾਟਾ ਭੇਜ ਦਿੰਦਾ ਆ, ਐਂਡ ਸਪਲਾਇਰ ਉਹਨੂੰ ਆਪਣਾ ਡਾਟਾ ਜੋ ਉਹਨੂੰ ਡਾਟਾ ਪ੍ਰੋਵਾਈਡ ਹੋ ਗਿਆ ਉਹਦਾ ਫੀਡਬੈਕ ਭੇਜ ਦਿੰਦਾ ਆ। that is the EDI, ਕਿ ਇੱਕ ਸੌਫਟਵੇਅਰ ਤੋਂ ਦੂਜੇ ਸੌਫਟਵੇਅਰ ਦੇ ਨਾਲ ਲਿੰਕ ਕਰਨਾ ਡਾਇਰੈਕਟਲੀ।
Then next is internet commerce. Internet commerce is ਕੀ ਆ ਕਿ ਜਿਹਦੇ ਵਿੱਚ ਕਿ ਆਪਾਂ ਆਪਣੀ ਕੋਈ ਵੀ ਸਰਵਿਸ ਲੈਣੀ ਆ, ਠੀਕ ਹੈ, ਕੋਈ ਵੀ ਸਮਾਨ ਖਰੀਦਣਾ ਆ, ਕੋਈ ਵੀ ਐਡਵਰਟਾਈਜ਼ ਕਰਨੀ ਆ, that is through the internet commerce, ਠੀਕ ਹੈ। ਇਹ ਸਮਾਨ ਆਪਾਂ ਇੰਟਰਨੈਟ ਕਮਰਸ ਦੇ ਥਰੂ ਹੀ ਆਪਾਂ ਕੋਈ ਬੁਕਿੰਗ ਕੋਈ ਟਿਕਟਿੰਗ ਕੋਈ ਵੀ ਕਰਨਾ ਹੋਵੇ, that is through internet commerce. And then next is advantages of e-commerce. Faster buying selling procedure as well as easy to find products. यानी ਇਹਦੇ ਵਿੱਚ ਸਮਾਨ ਨੂੰ ਖਰੀਦਣਾ ਤੇ ਵੇਚਣਾ ਉਨਾ ਹੀ ਜ਼ਿਆਦਾ ਇਹਦੇ ਵਿੱਚ ਸਮਾਨ ਨੂੰ ਖਰੀਦਣਾ ਜਾਂ ਵੇਚਣਾ ਉਨਾ ਹੀ ਈਜ਼ੀ ਹੈ ਜਿੰਨੀ ਜਲਦੀ ਆਪਾਂ ਕਿਸੇ ਪ੍ਰੋਡਕਟ ਨੂੰ ਕੀ ਆ ਜਿੰਨੀ ਜਲਦੀ ਆਪਾਂ ਕਿਸੇ ਪ੍ਰੋਡਕਟ ਨੂੰ ਸੇਲ ਕਰਦੇ ਜਾਂ ਬਾਏ ਕਰਦੇ ਹਾਂ। ਇਹਦੇ ਵਿੱਚ ਆਪਾਂ शॉप से सिर्फ छे तो समान खरीद सकते हैं, लेकिन ई कमर्स दे विच इलैक्ट्रॉनिकली ਆਪਾਂ 24 ਘੰਟੇ ਵਿੱਚ ਜੋ ਮਰਜ਼ੀ ਆਪਾਂ ਉਸ ਚੀਜ਼ ਨੂੰ ਬਾਈ ਜਾਂ ਮਰਜ਼ੀ ਵੇਚ ਸਕਦੇ ਹਾਂ। More reach to customers, there is no geographical limitations. ਅਨੂ ਜਿਹਾ ਇਹਦੇ ਵਿੱਚ ਇਹ ਨਹੀਂ ਹਾਂ ਇਸ ਏਰੀਆ ਦੇ ਵਿੱਚ ਆਪਣਾ ਪ੍ਰੋਡਕਟ ਨਹੀਂ ਆਏਗਾ, ਸੋ ਇਦਾਂ ਦਾ ਕੋਈ ਨਹੀਂ ਹੈਗਾ, ਮਰਜ਼ੀ ਬੈਠੇ ਇੰਟਰਨੈਟ ਦੇ ਥਰੂ ਉਸ ਚੀਜ਼ ਨੂੰ ਆਰਡਰ ਕਰ ਸਕਦੇ ਹਾਂ। Then low operational cost and better quality of the service. ਜਦੋਂ ਆਪਾਂ ਚੀਜ਼ ਨੂੰ ਆਨਲਾਈਨ ਮੰਗਾਉਂਦੇ ਆ, ਠੀਕ ਹੈ, ਉਹਦੇ ਨਾਲ ਕੀ ਆਪਣਾ ਖਰਚਾ ਕੀ ਆ ਘੱਟ ਪੈਂਦਾ ਆ, ਕਿਉਂਕਿ ਆਪਾਂ ਡਾਇਰੈਕਟ ਮੈਨੂਫੈਕਚਰ ਕੰਪਨੀਆਂ ਤੋਂ, ਠੀਕ ਹੈ। ਲੇਕਿਨ ਜੇ ਆਪਾਂ ਸ਼ਾਪ ਤੇ ਗਏ, ਸ਼ਾਪ ਦੇ ਵਿੱਚ ਕੀ ਹੁੰਦਾ ਆ, ਵਿੱਚ ਹੋਲਸੇਲਰਸ ਦਾ ਡੀਲਰਸ ਦਾ no need of physical company setup. ਆਪਾਂ ਨੂੰ ਕੋਈ ਕੰਪਨੀ ਬਣਾਉਣ ਦੀ ਲੋੜ ਨਹੀਂ ਹੈ, ਇੱਕ ਵੈਬਸਾਈਟ ਕ੍ਰੀਏਟ ਕਰਕੇ ਤੇ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹਾਂ। then easy to start and manage a business. ਬਿਜ਼ਨਸ ਨੂੰ ਸਟਾਰਟ ਕਰਨਾ ਐਂਡ ਮੈਨੇਜ ਕਰਨਾ ਈਜ਼ੀ ਆ ਦੈਨ ਕੰਪੇਅਰ ਟੂ ਦ ਕੰਪਨੀ ਮੈਨੇਜਮੈਂਟ। Customer can easily select products from different providers without around physical. ਜੇ ਜਾਂ ਆਪਾਂ ਉਹ ਪ੍ਰੋਡਕਟਸ ਆ ਈਜ਼ੀਲੀ ਪ੍ਰੋਵਾਈਡ ਕਰ ਲੈਂਦਾ ਹੈ, ਉਹਨੂੰ ਦੁਬਾਰਾ ਇੱਕ ਜਗ੍ਹਾ ਦੂਜੀ ਜਗ੍ਹਾ ਦੇ ਵਿੱਚ ਜਾਣਾ ਨਹੀਂ ਪੈਂਦਾ, ਘਰ ਬੈਠੇ ਇੱਥੇ ਉਹ ਆਪਣੇ ਪ੍ਰੋਡਕਟਸ ਨੂੰ ਉਹਨੂੰ ਬਾਏ ਕਰ ਸਕਦਾ ਹੈ। then next is disadvantage. ਹੁਣ ਅਜੇ ਹਰ ਕਿਸੇ ਦੀ ਚੀਜ਼ ਦੀ ਜੇ ਪੋਜ਼ਿਟਿਵ ਪੁਆਇੰਟਸ ਆ ਤਾਂ ਉਹਦੇ ਨੈਗੇਟਿਵ ਪੁਆਇੰਟਸ ਵੀ ਹੁੰਦੇ ਆ, ਸੋ ਇਹਦੀ
ओके देन इसी तरीके नाल ही की आ देयर आर मैनी बैड साइड्स कई इधर दी बैड साइड्स ਹੁੰਦੀਆਂ ਜਿਹਦੇ ਥਰੂ ਕੀ ਆਪਣਾ ਜਿਹੜੇ ਕਸਟਮਰ ਦੀ ਕੀ ਆ ਪੈਸੇ ਨੂੰ ਸਿਰਫ ਲੈਂਦੇ ਆ ਠੀਕ ਹੈ ਉਹ ਪੈਸਿਆਂ ਤੇ ਕੀ ਆ ਉਹ ਹੈ ਜਿਹਦਾ ਹੈਕਰਸ ਹੁੰਦੇ ਆ ਠੀਕ ਹੈ ਉਹ ਕੀ ਆਪਣੇ ਗਲਤ ਸਾਈਟਸ ਬਣਾ ਕੇ ਉਹਨਾਂ ਚੀਜ਼ਾਂ ਨੂੰ ਪੈਸੇ ਕਸਟਮਰ ਦੇ ਕੀ ਆ ਲੈ ਲੈਂਦੇ then there is no guarantee of product quality ਇਹਦੇ ਪ੍ਰੋਡਕਟ ਦੀ ਕੋਈ ਕੁਆਲਿਟੀ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਆਪਾਂ ਜੋ ਸਮਾਨ ਆਪਾਂ ਡਿਸਕ੍ਰਿਪਸ਼ਨ ਦੇਖ ਕੇ ਮੰਗਾ ਰਹੇ ਆ ਉਸੇ ਤਰੀਕੇ ਦਾ ਆਵੇ ठीक है as there is minimum chance of direct customer to company interaction customer loyalty is always on a check ਇਹਦੇ ਵਿੱਚ ਘੱਟ ਹੀ ਚਾਂਸ ਹੁੰਦੇ ਆ ਕਿ ਕੰਪਨੀ ਕੀ ਆ ਉਹ ਡਾਇਰੈਕਟ ਹੀ ਇੰਟਰੈਕਸ਼ਨਸ ਬਣਾ ਕੇ ਰੱਖੇ ਕਸਟਮਰ ਦੇ ਨਾਲ ਸਮ ਟਾਈਮ ਕੀ ਆ ਉਹਦੇ ਕੋਈ ਇਸ਼ੂਜ਼ ਆ ਜਾਂਦੇ ਆ ਠੀਕ ਹੈ ਕਸਟਮਰਸ ਦੇ ਕਾਫੀ ਇਸ਼ੂ ਹੁੰਦੇ ਆ ਹੁਣ ਕਸਟਮਰ ਦੇ ਕੋਈ ਇਸ਼ੂ ਹੋਣ ਡਾਇਰੈਕਟ ਕੰਪਨੀ ਜੇਕਰ ਆਪਾਂ ਸਮਾਨ ਲੋਕਲ ਰਹਿ ਰਹੇ ਆ ਤਾਂ ਆਪਾਂ ਉੱਥੇ ਇਸ਼ੂ ਕਰ ਸਕਦੇ ਆ ਲੇਕਿਨ ਡਾਇਰੈਕਟ ਕੰਪਨੀ ਦੇ ਨਾਲ ਆਪਾਂ ਇਸ਼ੂਜ਼ ਨਹੀਂ ਕਰ ਸਕਦੇ इसी तरीके नाल जो आप ऑनलाइन पेमेंट करते हैं कई हैकर्स अपने किया अपने अटैक कर लेंगे अपनी साइट से जिहदे नाल किया पेमेंट अटैक हुंदा है साइबर अटैक्स हुंदे आ देन किया अपना डाटा किया हैक हो सकता है नेक्स्ट इज टाइप्स ऑफ ई-कॉमर्स there are 5 type of e-commerce first is business to business business to consumer consumer to business consumer to consumer and business to government first is business to business की ਹੁੰਦਾ ਹੈ ਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਕੀ ਆ ਜਿਹੜੀ ਵੈਬਸਾਈਟ ਬਣਾ ਰਹੀ ਆ ਉਹ ਡਾਇਰੈਕਟ ਹੋਲਸੇਲਰਸ ਹੁੰਦੇ ਜਿਹੜੇ ਕਿ ਆਲਰੇਡੀ ਆਪਣਾ ਬਿਜ਼ਨਸ ਚਲਾਉਂਦੇ ਆ ਠੀਕ ਆ ਉਹਨਾਂ ਦੇ ਨਾਲ ਡੀਲ ਕੀ ਆ ऑर्डर कर देंगे एंड बिजनेस ऑर्गेनाइजेशन डायरेक्ट होलसेलर ਨੂੰ ਸਮਾਨ ਵੇਚ ਦਿੰਦੀ ਆ एंड कस्टमर होलसेलर ਤੋਂ ਆਪਣਾ ਸਮਾਨ ਖਰੀਦ ਲੈਂਦੇ ਆ ਦਿਸ ਇਜ਼ ਦਾ ਬਿਜ਼ਨਸ ਟੂ ਬਿਜ਼ਨਸ ਕਿ ਮੈਨੂਫੈਕਚਰਰਸ ਤੋਂ ਡਾਟਾ ਹੋਲਸੇਲ ਦੇ ਕੋਲ ਜਾਂਦਾ ਆ ਜੋ ਵੀ ਆਰਡਰ ਐਂਡ ਹੋਲਸੇਲ ਅੱਗੇ ਕਸਟਮਰਸ ਨੂੰ ਡੀਲ ਕਰਦਾ ਆ ਠੀਕ ਹੈ ਇਹਦੇ ਨਾਲ ਕੀ ਇੱਕ ਬਿਜ਼ਨਸ ਦਾ ਦੂਜੇ ਬਿਜ਼ਨਸ ਦੇ ਨਾਲ ਰਿਲੇਸ਼ਨਸ਼ਿਪ ਬਣਿਆ ਰਹਿੰਦਾ ਆ ਦੈਨ ਨੈਕਸਟ ਇਜ਼ ਬਿਜ਼ਨਸ ਟੂ ਕਸਟਮਰ ਕਿ ਇੱਕ डायरेक्ट बिजनेसमैन किया और डायरेक्ट कस्टमर दे नाल डील कर सकदा जिदा आप ऑनलाइन वेबसाइट दे थ्रू करदे हैं ठीक है बिजनेस टू कस्टमर ਇਹਦੇ ਵਿੱਚ ਕੀ ਹੈ ਇੱਕ ਬਿਜ਼ਨਸ ਜਿਹੜੀ ਆਰਗੇਨਾਈਜੇਸ਼ਨ ਆ ਉਹ ਡਾਇਰੈਕਟ ਕਸਟਮਰ ਦੇ ਨਾਲ ਲਿੰਕ ਕਰਦੀ ਆ ਜਿੱਦਾਂ ਕਸਟਮਰ ਨੇ ਡਾਇਰੈਕਟ ਵੈਬਸਾਈਟ ਦੇ ਉੱਪਰ ਗਿਆ ਵੈਬਸਾਈਟ ਦੇ ਉੱਪਰ ਜਿਸ ਚੀਜ਼ ਦੀ ਉਹਨੂੰ ਲੋੜ ਆ ਉਹਨੇ ਸਰਚ ਕੀਤਾ ਐਂਡ ਉਸ ਚੀਜ਼ ਨੂੰ ਬਾਈ ਕੀਤਾ ਐਂਡ ਆਰਡਰ ਦੇ ਦਿੱਤਾ ठीक है तो देन कि बिजनेस ऑर्गेनाइजेशन उन्होंने डायरेक्ट ਤੁਹਾਡੇ ਦਿੱਤੇ ਹੋਏ ਐਡਰੈਸ ਤੇ ਪਹੁੰਚਾ ਦੇਵੇਗੀ ਜਿੱਦਾਂ amazon.com flipkart.com ਠੀਕ ਹੈ ਇਹ ਸਾਰੀਆਂ ਕੀ ਆ ਬਿਜ਼ਨਸ ਟੂ ਕਸਟਮਰਸ ਦੀਆਂ ਵੈਬਸਾਈਟਸ नेक्स्ट इज C2B कस्टमर टू बिजनेस ठीक है कंज्यूमर टू बिजनेस के एक कंज्यूमर जेड़ा की आ जिहदा फ्रीलांसर दा काम आ कंज्यूमर एक वेबसाइट बनांदा आ ठीक है घर बैठ के उस चीज ते काम करदा आ एंड बिजनेसमैन की आ उन्हां नू उस तरीके नाल एक पैकेज दिंदा या उस पैकेज दे अकॉर्डिंग जो उन्हें डील वधिया लगदी आ उस तरीके दे नाल ओ उन्हां तो काम लैंदा आ ठीक है कंज्यूमर की है घर बैठे ही अपना समान जो भी उस चीज की लोड़ है वैबसाइट ते घर बैठे ही काम करता है ठीक है उन्होंने डायरैक्ट किसी कंपनी दे वल्लों काम करन दी लोड़ नहीं पैंदी वो घर बैठ के ही काम अपना कर सकता है दैन वो बिजनेस दे नाल की आ डील कर सकता है कि हाँ मेरा जो पैकेज है वो इस तरीके नाल मैं उन्होंने सेल करना या बाय करना है ठीक है ਇਹਦਾ ਮੋਸਟਲੀ ਸਟੈਪ ਕੀ ਹੁੰਦਾ ਹੈ ਇਜ਼ ਅ ਫੋਕਸ ਸ਼ਿਫਟ ਫਰਮ ਸੈਲਿੰਗ ਟੂ ਬਾਇੰਗ ਕਿ ਵੇਚਣ ਤੋਂ ਬਾਅਦ ਖਰੀਦਣਾ ਠੀਕ ਹੈ ਇੱਕ ਕੰਜ਼ਿਊਮਰ ਕੀ ਉਸ ਚੀਜ਼ ਨੂੰ ਵੇਚਦਾ ਹੈ ਐਂਡ ਬਿਜ਼ਨਸਮੈਨ ਕੀ ਉਸ ਚੀਜ਼ ਨੂੰ ਖਰੀਦਦਾ ਹੈ ਦੈਟ ਇਜ਼ ਦ ਕਸਟਮਰ ਟੂ ਬਿਜ਼ਨਸ then next is customer to customer means एक customer की सामान बेच रहा है and second customer उस सामान ਨੂੰ ਖਰੀਦ ਰਿਹਾ ਹੈ ਜਿਹਦਾ OLX ठीक है OLX ਦੇ ਉੱਪਰ ਜੇ ਕਿਸੇ ਨੇ ਕੋਈ ਚੀਜ਼ ਵੇਚਣੀ ਆ ठीक है वो OLX के ऊपर पा देना चाहे कोई बाइक चाहे कोई कार है ना कोई भी कार
ਉਹ ਆਪਣੇ OLX ਦੇ ਉੱਪਰ ਪਾ ਦਿੰਦਾ ਹੈ ਐਂਡ ਸੈਕਿੰਡ ਕਸਟਮਰ ਕੀ ਕਰਦਾ ਹੈ ਉਸ ਜਦੋਂ ਉਹਨੂੰ ਲੱਗਦਾ ਹੈ ਕਿ ਹਾਂਜੀ ਇਹਦਾ ਪ੍ਰਾਈਸ ਸਹੀ ਆ ਉਹ ਉਸ ਅਕੋਰਡਿੰਗ ਉਸ ਚੀਜ਼ ਨੂੰ ਬਾਈ ਕਰ ਲੈਂਦਾ ਆ ਸੋ ਦਿਸ ਇਜ਼ ਦਾ ਕਸਟਮਰ ਟੂ ਕਸਟਮਰ ਡੀਲਿੰਗ ठीक है इन्हें एग्जांपल लिया एग्जांपल ऑफ दिस पेयर इज ऑक्शन ग्लैंड ईबे ebay.com ओदा काम भी सेम आ ठीक है सब तो पहले ईबे आई सी OLX होना ही है सो ईबे दे विच भी इसी तरीके नाल आपां जो अपने जो सामान चाहिदा है वो ले सकदे हैं एंड देन एक कस्टमर पांदा है दूसरा कस्टमर उस तो खरीद सकदा है देन नेक्स्ट इज B2G B2G इज बिजनेस टू गवर्नमेंट बिजनेस टू गवर्नमेंट ਦੀਆਂ ਅਲੱਗ-ਅਲੱਗ ਟਾਈਪਸ ਹੁੰਦੀਆਂ ਹੈ ਇਸ ਬਿਜ਼ਨਸ ਟੂ ਗਵਰਨਮੈਂਟ ਗਵਰਨਮੈਂਟ ਟੂ ਬਿਜ਼ਨਸ ਗਵਰਨਮੈਂਟ ਟੂ ਸਿਟੀਜ਼ਨ ਠੀਕ ਹੈ ਇਹਦੇ ਵਿੱਚ ਕੀ ਆ ਗਵਰਨਮੈਂਟ ਆਪਾਂ ਨੂੰ ਘਰ ਬੈਠੇ ਆਨਲਾਈਨ ਡਾਟਾ ਜਿੱਦਾਂ ਹੁਣ ਮੰਨ ਲਓ ਕਿਸੇ ਨੇ ਬਰਥ ਸਰਟੀਫਿਕੇਟ ਅਪਲਾਈ ਕਰਨਾ ਮੈਰਿਜ ਸਰਟੀਫਿਕੇਟ ਘਰ ਬੈਠੇ ਹੀ ਆਪਾਂ ਉਹਨਾਂ ਚੀਜ਼ਾਂ ਨੂੰ ਅਪਲਾਈ ਕਰ ਸਕਦੇ ਹਾਂ ਠੀਕ ਹੈ ਗਵਰਨਮੈਂਟ ਦੇ ਨਾਲ ਜਦੋਂ ਗਵਰਨਮੈਂਟ ਦਾ ਪ੍ਰੂਫ ਹੋ ਜਾਂਦਾ ਹੈ ਉਹਦੇ ਨਾਲ ਕੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਇਹ ਗਵਰਨਮੈਂਟ ਵੱਲੋਂ ਸੈਂਡ ਕੀਤਾ ਗਿਆ ਆ ਠੀਕ ਹੈ ਗਵਰਨਮੈਂਟ ਦੀ ਸਾਈਟ ਆ बिजनेस ऑर्गेनाइजेशन वेबसाइट के ऊपर कोई भी वेबसाइट जिदा आप बर्थ सर्टिफिकेट ਲਈ ठीक है डायरेक्ट गवर्नमेंट ਦੇ ਨਾਲ ਡੀਲ ਕਰਦੀ ਹੈ ਤੇ ਗਵਰਨਮੈਂਟ ਉਸੇ ਤਰੀਕੇ ਨਾਲ ਆਪਾਂ ਨੂੰ ਚੀਜ਼ਾਂ ਨੂੰ ਪ੍ਰੋਵਾਈਡ ਕਰਦੀ ਹੈ ਚਾਹੇ ਆਪਾਂ ਕੋਈ ਵੀ ਚੀਜ਼ ਆਪਾਂ ਘਰ ਬੈਠੇ ਕੋਈ ਫਾਰਮ ਆ ठीक है ਉਹ ਸਬਮਿਟ ਕਰਦੇ ਆ ਉਹ ਡਾਟਾ ਕੀ ਹੈ ਆਪਣੇ ਬਿਜ਼ਨਸ ਜਿਹੜਾ ਕਿ ਉਸ ਚੀਜ਼ ਨੂੰ ਚਲਾ ਰਿਹਾ ਹੈ ਉਸ ਵੈਬਸਾਈਟ ਨੂੰ ਚਲਾ ਰਿਹਾ ਹੈ ਦੈਟ ਇਜ਼ ਅ ਬਿਜ਼ਨਸ ਆਰਗੇਨਾਈਜੇਸ਼ਨ ਠੀਕ ਹੈ ਗਵਰਨਮੈਂਟ ਕੀ ਆ ਉਹਨਾਂ ਨੂੰ ਉਹ ਚੀਜ਼ਾਂ ਕਰਨ ਦੀ ਸਹਿਮਤੀ ਦਿੰਦੀ ਹੈ ठीक है ਇਹਦੇ ਨਾਲ ਕੀ ਆਪਾਂ ਨਹੀਂ ਇੱਕ ਤਾਂ ਆਪਾਂ ਨੂੰ ਆਉਣ ਜਾਣ ਦਾ ਖਰਚਾ ਬਚ ਜਾਂਦਾ ਠੀਕ ਹੈ ਆਪਣਾ ਟਾਈਮ ਬਚਦਾ ਆਪਾਂ ਨੂੰ ਕਿਤੇ ਨਹੀਂ ਜਾਣਾ ਪੈਂਦਾ ਆਪਾਂ ਘਰ ਬੈਠੇ ਉਸ ਚੀਜ਼ ਨੂੰ ਅਪਲਾਈ ਕਰ ਸਕਦੇ ਹਾਂ ਠੀਕ ਹੈ that is business to government then next is functions of e-commerce ਦੇ ਅਲੱਗ-ਅਲੱਗ functions ਹੁੰਦੇ ਆ that is marketing human resources business law ethics management information system product operation management finance accounting economy and economy marketing ਦੇ ਵਿੱਚ ਕੀ ਹੁੰਦਾ ਆ ਕਿ ਆਪਾਂ ਜੋ ਵੀ ਸਮਾਨ ਲੈਣੇ ਆ ਠੀਕ ਹੈ ਆਪਾਂ ਆਨਲਾਈਨ ਆਰਡਰ ਕਰਦੇ ਜਿੱਦਾਂ ਆਪਾਂ ਹੁਣੇ ਆਪਾਂ e-commerce ਦੇ ਵਿੱਚ ਪੜਿਆ ਆ ਠੀਕ ਹੈ ਆਨਲਾਈਨ ਕਿਸੇ ਚੀਜ਼ ਨੂੰ ਆਰਡਰ ਕਰਨਾ ਠੀਕ ਹੈ ਉਸ ਚੀਜ਼ ਨੂੰ ਵੇਚਣਾ online that is the e-commerce human resource management ਕੀ ਆ ਘਰ ਬੈਠੇ ਹੀ ਆਪਾਂ ਕੋਈ ਜਿਹੜਾ ਵੈਬਸਾਈਟ ਫ੍ਰੀਲੈਂਸਰ ਦਾ ਕੰਮ ਕਰਨਾ ਘਰ ਬੈਠੇ ਹੀ ਮੈਨੇਜ ਆਪਣੇ ਜਿਹੜੀਆਂ ਚੀਜ਼ਾਂ ਜ਼ਰੂਰੀ ਚੀਜ਼ਾਂ ਨੂੰ ਮੈਨੇਜ ਕਰਨਾ that is human resources management business law and ethics ਘਰ ਬੈਠੇ ਆਪਣੇ ਬਿਜ਼ਨਸ ਲੀਗਲ ਇਨਫੋਰਮੇਸ਼ਨਸ ਲੈਣੀਆਂ ਲੀਗਲ ਇਨਫੋਰਮੇਸ਼ਨਸ ਨੂੰ ਸ਼ੇਅਰ ਕਰਨਾ then management information system ਇਹਦੇ ਵਿੱਚ ਕੀ ਆ ਕਿਸੇ ਵੀ ਸਿਸਟਮ ਨੂੰ ਡਿਜ਼ਾਈਨ ਕਰਨਾ ਐਨਾਲਾਈਜ਼ ਕਰਨਾ ਠੀਕ ਹੈ that is the management information system product operation and management ਕਿਸੇ ਵੀ ਪ੍ਰੋਡਕਟ ਨੂੰ ਆਰਗੇਨਾਈਜ਼ ਕਰਨਾ ਉਸ ਪ੍ਰੋਡਕਟ ਦੀ ਇਨਫੋਰਮੇਸ਼ਨ ਜਿਹਦਾ ਡਿਲੀਵਰ ਕਰਨਾ ਤੇ ਉਸ ਡਿਲੀਵਰ ਦਾ ਕੀ ਪ੍ਰੋਸੈਸ ਆ ठीक है नॉर्मली की ਹੁੰਦਾ ਹੈ ਕਿ ਆਪਾਂ ਜਦੋਂ ਕਿਸੇ ਸ਼ਾਪ ਤੋਂ ਸਮਾਨ ਲੈਣੇ ਆ ਠੀਕ ਹੈ ਉਹ ਆਪਣਾ ਸਮਾਨ ਆ ਵੀ ਜਾਵੇ ਤਾਂ ਆਪਾਂ ਨੂੰ ਦੱਸਦੇ ਨਹੀਂ ਹੈ ਕਿ ਹਾਂਜੀ ਤੁਹਾਡਾ ਸਮਾਨ ਆ ਗਿਆ ਹੈ ਆ ਕੇ ਲੈ ਜਾਓ ठीक है ਆਪਾਂ ਨੂੰ ਹੀ ਚੱਕਰ ਮਾਰਨੇ ਪੈਂਦੇ ਆ ਬਾਰ-ਬਾਰ ਕਿ ਹਾਂਜੀ ਸਾਰਾ ਸਮਾਨ ਆ ਗਿਆ ਲੇਕਿਨ ਇਹਦੇ ਵਿੱਚ ਇਦਾਂ ਨਹੀਂ ਹੁੰਦਾ ਜੇਕਰ ਆਪਾਂ ਕਿਸੇ ਚੀਜ਼ ਲਈ ਕੋਈ ਆਰਡਰ ਕੀਤਾ ਆ ਤਾਂ ਆਪਣੇ ਘਰੇ ਹੀ ਆਪਾਂ ਨੂੰ ਸਮਾਨ ਪਹੁੰਚ ਜਾਂਦਾ ਆ then next is finance and accounting ਕਿਸੇ ਵੀ ਪੈਸਿਆਂ ਦੀ ਟ੍ਰਾਂਜੈਕਸ਼ਨਸ ਕਰਨਾ ਆਪਣੇ ਪੈਸਿਆਂ ਦਾ ਆਦਾਨ ਪ੍ਰਦਾਨ ਕਰਨਾ that is the finance and accounting economy ਕੀ ਆ अर्थ व्यवस्था ठीक है that is global अपनी जो भी अपनी अर्थव्यवस्था ਨੂੰ ਸ਼ੇਅਰ ਕਰਨਾ ਕਿ ਹਾਂਜੀ ਸਾਡਾ ਜਿੱਦਾਂ ਆਪਾਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ ਸਾਡੀ ਦੇਸ਼ ਦੀ ਇਕਨੋਮੀ ਕੀ ਆ ਠੀਕ ਹੈ ਉਸ ਚੀਜ਼ ਨੂੰ ਸਰਚ ਕਰਨਾ that is a function of the e-commerce and next is e-commerce applications is e-marketing e-advertising e-banking e-learning mobile commerce online shopping and entertainment e-marketing is the internet marketing online marketing web marketing means आप जो भी online सामान खरीदते हैं that is the e-marketing ठीक है किसी प्रोडक्ट ਨੂੰ ਖਰੀਦਣਾ ਜਾਂ ਉਸ ਪ੍ਰੋਡਕਟ ਦੀ ਸਰਵਿਸ ਕਰਾਉਣਾ ਠੀਕ ਹੈ ਆਪਾਂ ਜਿਹਦਾ ਨਾਰਮਲੀ ਕਿਸੇ ਸਰਵਿਸ ਕੋਈ ਆਪਾਂ ਆਪਣੀ ਕੋਈ ਚੀਜ਼ ਕੋਈ ਡੈਮੇਜ ਹੋ ਜਾਂਦੀ ਆ ਆਪਾਂ ਉਹਦੀ ਸਰਵਿਸ ਲਈ ਜਦੋਂ ਆਪਾਂ ਕਿਸੇ ਸ਼ਾਪ ਤੇ ਭੇਜਦੇ ਆ ਆਪਾਂ ਬਾਰ-ਬਾਰ ਉਸ ਚੀਜ਼ ਨੂੰ ਪੁੱਛਦੇ ਆ ਕਿ ਸਾਡੀ ਉਹਦੀ ਚੀਜ਼ ਪ੍ਰੋਡਕਟ ਦੀ ਸਰਵਿਸ ਹੋ ਗਈ ਲੇਕਿਨ ਇਹ ਮਾਰਕੀਟਿੰਗ ਦੇ ਵਿੱਚ ਕੀ ਆਪਾਂ ਆਨਲਾਈਨ ਉਸ ਚੀਜ਼ ਸਰਵਿਸ ਨੂੰ ਦੇਖ ਸਕਦੇ ਆ ਕਿਉਂਕਿ ਆਨਲਾਈਨ ਜਿੱਦਾਂ ਆਪਾਂ ट्रैकिंग ऑर्डर चेक करते हैं कि साडा ऑर्डर इत्थे पहुंच गया उस तरीके नाल सर्विस दे थ्रू भी आप अपना ऑर्डर चेक कर सकते हैं कि साडे की मेंटेनिंग हो रही है अपडेशन हो रही है वो सारे आप ऑनलाइन चेक कर सकते हैं थ्रू द इंटरनेट
It is considered to be a broad in scope because not refers to the marketing to also done in email and wireless media. यानी जरूरी नहीं है कि आप इस चीज ਨੂੰ broad करना means advertise ਦੇ through ही करना आप email ਦੇ through या wireless media is mobile ਦੇ through ਇਸ ਤਰੀਕੇ ਨਾਲ ਵੀ ਆਪਾਂ ਆਪਣੀ ਕੋਈ ਡਿਜ਼ਾਈਨ ਕਰਨਾ ਐਡਵਰਟਾਈਜ਼ ਕਰਨਾ ਹੁੰਦਾ ਇਹਦੇ ਵਿੱਚ ਬਿਜ਼ਨਸ B2C B2B ਐਂਡ C2C ਠੀਕ ਹੈ ਜਿਹੜੇ ਆਪਾਂ ਮਾਡਲਸ ਹੁਣੇ ਪੜ੍ਹੇ ਆ ਠੀਕ ਹੈ ਉਹ ਮਾਡਲਸ ਵੀ ਆਪਾਂ ਕ੍ਰੀਏਟ ਕਰ ਸਕਦੇ ਆ ਦੈਟ ਇਜ਼ ਦਾ ਈ ਮਾਰਕੀਟਿੰਗ ਦੇ ਵਿੱਚ ਕੀ ਆ ਆਪਾਂ ਆਪਣੇ ਟਾਰਗੇਟ ਨੂੰ ਐਗਜ਼ਾਮਿਨ ਕਰਨਾ ਹੁੰਦਾ ਕਿ ਸਾਡਾ ਇਹ ਕੰਮ ਆ ਤੇ ਅਸੀਂ ਇਸ ਕੰਮ ਨੂੰ ਇਸ ਟਾਰਗੇਟ ਨੂੰ ਅਚੀਵ ਕਰਨਾ ਹੈ ਦੈਟ ਇਜ਼ ਦਾ ਈ ਮਾਰਕੀਟਿੰਗ ਨੈਕਸਟ ਇਜ਼ ਈ ਐਡਵਰਟਾਈਜ਼ਿੰਗ ਕੀ ਹੁੰਦਾ ਆ ਕਿ ਆਪਾਂ ਜਿਹੜਾ ਨਾਰਮਲੀ ਕੋਈ ਕਿਸੇ ਬਿਜ਼ਨਸਮੈਨ ਨੇ ਕੋਈ ਚੀਜ਼ ਪ੍ਰੋਡਕਟ ਕੀਤੀ ਹੈ ਠੀਕ ਹੈ ਉਸ ਪ੍ਰੋਡਕਟ ਦੀ ਇਨਫੋਰਮੇਸ਼ਨ ਦੇ ਲਈ ਕੀ ਆ ਉਹ ਫਾਰਮ ਕੀ ਆ ਉਹ ਪ੍ਰਮੋਟ ਕਰਦਾ ਉਸ ਚੀਜ਼ ਨੂੰ ਜਿੱਦਾਂ ਹੁਣ ਆਪਾਂ ਨਾਰਮਲੀ ਟੀਵੀ ਤੇ ਦੇਖਦੇ ਆ ਕਿਸੇ ਵੀ ਪ੍ਰੋਡਕਟ ਦੀ ਇਨਫੋਰਮੇਸ਼ਨ ਲਈ ਉਹ ਉਹਨਾਂ ਚੀਜ਼ਾਂ ਨੂੰ ਕੀ ਕਰਦਾ ਆ ਐਡਵਰਟਾਈਜ਼ ਕਰਦਾ ਹੈ ਕਿ ਉਹਦੀ ਚੀਜ਼ ਆ ਉਹ ਵਧੀਆ ਤੋਂ ਵਧੀਆ ਐਡਵਰਟਾਈਜ਼ ਹੋਏ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਜਿੱਦਾਂ ਮੋਬਾਈਲ ਫੋਨ ਇਸ ਟਾਈਮ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹੈ ਠੀਕ ਹੈ ਤੇ ਇਸੇ ਉਹ ਮੋਬਾਈਲ ਦੀ ਸਪੈਸ਼ਲਿਟੀ ਉਹ ਐਡਵਰਟਾਈਜ਼ਿੰਗ ਦੇ ਥਰੂ ਦਿਖਾਉਂਦੇ ਆ ਕਿ ਹਾਂਜੀ ਇਹ ਵਾਲਾ ਸਾਡੇ ਮੋਬਾਈਲ ਦੇ ਵਿੱਚ ਆਹ ਫੰਕਸ਼ਨਸ ਆ ਤਾਂ ਜੋ ਕੀ ਹੈ ਜਿਹੜਾ ਕਸਟਮਰ ਆ ਉਹ ਅਟਰੈਕਟ ਹੋਵੇ ਉਹਦੇ ਵੱਲ ਤੇ ਉਹ ਇਹਨਾਂ ਚੀਜ਼ਾਂ ਨੂੰ ਖਰੀਦ ਸਕੇ ਠੀਕ ਹੈ ਇਹਦੇ ਅਲੱਗ-ਅਲੱਗ ਟਾਈਪਸ ਹੋ ਸਕਦੇ ਬੈਨਰਸ ਐਡਸ ਸੋਸ਼ਲ ਨੈਟਵਰਕਿੰਗ ਐਡਵਰਟਾਈਜ਼ਿੰਗ ਆਨਲਾਈਨ ਕਲਾਸੀਫਾਈਡ ਐਡਵਰਟਾਈਜ਼ਿੰਗ ਇਹਨਾਂ ਚੀਜ਼ਾਂ ਦੇ ਥਰੂ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਕਸਟਮਰ ਆ ਉਹ ਅਟਰੈਕਟ ਹੋਵੇ ਐਂਡ ਉਹਨਾਂ ਦੀ ਜਿਹੜੀ ਸਮਾਨ ਆ ਉਹ ਵਧੀਆ ਤੋਂ ਵਧੀਆ ਵੇਚਿਆ ਜਾ ਸਕੇ ਨੈਕਸਟ ਇਜ਼ ਈ ਬੈਂਕਿੰਗ ਕੀ ਆ ਆਪਾਂ ਹੁਣ ਜਿੱਦਾਂ ਹੁਣ ਆਪਾਂ ਅੱਜ ਦੇ ਮਾਹੌਲ ਦੀ ਗੱਲ ਕਰ ਲਈਏ ਕਿ ਜਿੱਦਾਂ ਕਰੋਨਾ ਵਾਇਰਸ ਕਰਕੇ ਸਭ ਕਹਿ ਰਹੇ ਆ ਕਿ ਸੋਸ਼ਲ ਡਿਸਟੈਂਸਿੰਗ ਰੱਖੋ ਐਂਡ ਬੈਂਕ ਦੇ ਵਿੱਚ ਜਾਂਦੇ ਆ ਤਾਂ ਬੈਂਕ ਦੇ ਵਿੱਚ ਕਾਫੀ ਰਸ਼ ਹੁੰਦਾ ਆ ਹੈਨਾ ਉਸ ਤੋਂ ਬੈਟਰ ਕਿ ਆਪਾਂ ਘਰ ਬੈਠੇ ਹੀ ਬੈਂਕਸ ਨੂੰ ਘਰੇ ਬੈਠੇ ਹੀ ਯੂਜ਼ ਕਰੀਏ ਬੈਂਕਸ ਦੀਆਂ ਜਿਹੜੀਆਂ ਐਪਸ ਹੁੰਦੀਆਂ ਜਿੱਦਾਂ SBI ਦੀ ਯੋਨੋ ਐਪ ਆ ਹਨਾ ਇਸ ਤਰੀਕੇ ਨਾਲ ਹਰੇਕ ਬੈਂਕ ਦੇ ਆਪਣੀ ਆਪਣੀ ਐਪਸ ਹੁੰਦੀਆਂ ਆ ਉਹਦੇ ਥਰੂ ਆਪਾਂ ਕੀ ਆ ਘਰ ਬੈਠੇ ਹੀ ਆਪਾਂ ਕੰਮ ਕਰ ਸਕਦੇ ਹਾਂ ਫਿਰ ATM ਆਪਾਂ ਨੂੰ ਪ੍ਰੋਵਾਈਡ ਹੋਏ ਆ ਦੇ ਥਰੂ ਕਰ ਸਕਦੇ हैं कोई पैसे कढ़ाने हैं या पैसे जमा कराने हैं ATM ਦੇ ਥਰੂ ਆਪਾਂ ਕਰ ਸਕਦੇ ਹਾਂ ਠੀਕ ਹੈ ਕੋਈ ਬਿੱਲ ਪੇਮੈਂਟ ਕਰਨੀ ਆ ਕੋਈ ਫੰਡ ਟ੍ਰਾਂਸਫਰ ਕਰਨੀ ਆ ਕੋਈ ਇਨਵੈਸਟ ਕਰਨਾ ਹੈ ਇੰਟਰਨੈਟ ਬੈਂਕਿੰਗ ਚ ਸ਼ਾਪਿੰਗ ਕਰਨੀ ਆ ਥਰੂ ਦੀ ਜਗ੍ਹਾ ਆਪਾਂ ਕੀ ਆ ATM ਨੂੰ ਯੂਜ਼ ਕਰ ਸਕਦੇ ਹਾਂ ਆਪਣੇ ਕਾਰਡਸ ਨੂੰ ਯੂਜ਼ ਕਰ ਸਕਦੇ ਹਾਂ ਕਿ ਆਪਾਂ ਨੂੰ ਕਿਤੇ ਦੂਰ ਜਾਣ ਦੀ ਲੋੜ ਨਾ ਪਵੇ ਐਂਡ ਆਪਾਂ ਘਰ ਬੈਠੇ ਕੰਮ ਕਰ ਸਕੀਏ ਤੇ ਆਪਣੇ ਸੇਫ ਰਹਿ ਸਕੀਏ ठीक है then next is e-learning is online study electronically study ठीक है किसी चीज ਨੂੰ ਸਿੱਖਣਾ किसी चीज ਨੂੰ ਪੜ੍ਹਨਾ that is the e-learning applications and the process include web based learning and computer based ठीक है e-learning ਕਿੱਦਾਂ ਆਪਾਂ ਕਰ ਸਕਦੇ ਹਾਂ ਥਰੂ web learning ਜਾਂ computer based ਤੇ ਕੰਪਿਊਟਰ ਦੇ ਥਰੂ ਆਪਾਂ ਲਰਨ ਕਰ ਸਕਦੇ ਹਾਂ ਠੀਕ ਹੈ ਜਿੱਦਾਂ ਹੁਣ ਵੀਡੀਓਜ਼ ਹੁੰਦੀਆਂ ਵੀਡੀਓ ਆਡੀਓ ਕੋਈ ਵੀ ਕੰਟੈਂਟ ਹੋ ਸਕਦਾ ਜਿਹਦੇ ਥਰੂ ਆਪਾਂ ਸਟੱਡੀ ਕਰ ਸਕਦੇ ਹਾਂ ठीक है कि आप कोई वीडियोस कोई ਆਪਾਂ ਇਨਫੋਰਮੇਸ਼ਨ ਲੈਣੀ ਆ ਦੈਨ ਆਪਾਂ e-learning ਦੇ ਵਿੱਚ ਲੈ ਸਕਦੇ ਹਾਂ ਠੀਕ ਹੈ YouTube ਤੇ ਵੀ ਐਪਸ ਹੁੰਦੀਆਂ ਨੇ ਕਾਫੀ e-learning ਕਿਸੇ ਨੂੰ ਸਿੱਖਣਾ is not just only study ਕੋਈ ਵੀ ਚੀਜ਼ ਆਪਾਂ ਘਰ ਬੈਠੇ ਸਿੱਖ ਸਕਦੇ ਹਾਂ ਠੀਕ ਹੈ that is the e-learning then next is mobile commerce is also known as m-commerce ਜਿੱਦਾਂ e-commerce ਆ ਉਸ ਤਰੀਕੇ ਨਾਲ mobile commerce ਆ e-commerce ਦੇ ਵਿੱਚ ਕੀ ਹੁੰਦਾ ਆ पता नहीं नेट बीमार
Next is the mobile commerce. Mobile commerce is also known as the M-commerce. It is the ability to conduct commerce as a mobile device such as mobile phone. कि अपने mobile phone ਦੇ through ही ਆਪਾਂ ਕਿਸੇ चीज ਨੂੰ ਵੇਚ ਜਾਂ खरीद सकते हैं, ठीक है? कोई banking ਦਾ ਕੰਮ ਆ, कोई किसी चीज ਨੂੰ ਕਢਾਣਾ, ਕਿਸੇ कोई पैसे ਕਢਾਣੇ ਜਾਂ कोई भी ਕੰਮ ਆਪਾਂ ਆਪਣੇ mobile ਦੇ ਵਿੱਚ ਵੀ ਕਰ ਸਕਦੇ ਹਾਂ. That is the M-commerce. सर्विसेज ਆਪਾਂ ਨੂੰ ਮਿਲਦੀਆਂ ਜਿੱਦਾਂ ਮੋਬਾਈਲ ਟਿਕਟਿੰਗ, ਮੋਬਾਈਲ ਕੰਟੈਕਟ ਪਰਚੇਜ਼ ਐਂਡ ਡਿਲੀਵਰੀ, ਮੇਨਲੀ ਕੰਜ਼ਿਊਮਰਸ ਆਫ ਦਾ ਸੇਲ ਆਫ ਦਾ ਰਿੰਗਟੋਨਸ, ਵਾਲਪੇਪਰਸ, ਗੇਮਸ of mobile phones, local based services, local discount offers, local weather, news, sports, course, ਇਹ ਸਾਰੇ ਕੀ ਆ ਇਨਫੋਰਮੇਸ਼ਨਸ ਕਿ ਆਪਾਂ ਆਪਣੇ ਮੋਬਾਈਲ ਦੇ ਥਰੂ ਹੀ ਇਨਫੋਰਮੇਸ਼ਨਸ ਨੂੰ ਲੈ ਸਕਦੇ ਹਾਂ. ਆਪਣੇ ਮੋਬਾਈਲ ਐਪ ਉੱਪਰ ਆਪਾਂ ਦੇਖ ਸਕਦੇ ਹਾਂ ਕੋਈ ਵੀ ਨਿਊਜ਼, ਕੋਈ ਸਪੋਰਟਸ ਦੀ ਇਨਫੋਰਮੇਸ਼ਨ, ਕੋਈ ਗੇਮ, ठीक है? ये आप अपने मोबाइल के ऊपर ही आप. एंड नेक्स्ट इज ऑनलाइन शॉपिंग. ऑनलाइन शॉपिंग की आप घर बैठे ही ऑनलाइन कोई भी सामान खरीद सकते हैं, ठीक है? चाहे आपन किसी शॉप ते नहीं जाना पैंदा, आपन ऑनलाइन स्टोर्स मिल जाते हैं, ठीक है? जिन्होंने आप कहने ई स्टोर, वेब स्टोर, ऑनलाइन स्टोर, ठीक है? वर्चुअल शॉप्स, ठीक है? ये चीज़ें कि आपन आप घर बैठे अपनी किसी पर्टिकुलर वैबसाइट के ऊपर जाने हैं, उन्हें चीज जी अपन चीज की लोड़ आ ਉਹਦੇ ਉੱਪਰ सर्च करते हैं एंड उस चीज ਨੂੰ सर्च करके ਆਪਾਂ ਉਹਦੀ ਪੇਮੈਂਟ ਦੇਖਦੇ ਆ, ਆਪਾਂ ਉਹਦਾ ਕਿ ਉਹਦੀ ਕੀ ਅਮਾਉਂਟ ਆ ਐਂਡ ਉਹਨੂੰ ਅਮਾਉਂਟ ਨੂੰ ਉਹਦੀ ਅਮਾਉਂਟ ਦੀ ਪੇਮੈਂਟ ਕਰਕੇ ਆਪਾਂ ਉਸ ਚੀਜ਼ ਨੂੰ ਖਰੀਦ ਲੈਂਦੇ ਆ. ਦੈਨ ਪੇਮੈਂਟਸ ਕੇ ਅਲੱਗ-ਅਲੱਗ ਪ੍ਰੋਸੈਸ ਹੁੰਦੇ ਆ. ਪੇਮੈਂਟ ਲਈ ਆਪਾਂ ਨੂੰ ਕੀ ਆਪਣਾ ਬੈਂਕ ਅਕਾਊਂਟ ਹੋਣਾ ਜ਼ਰੂਰੀ ਆ, ਆਪਣੇ ਕੋਲ ਕੰਪਿਊਟਰ ਹੋਣਾ ਜ਼ਰੂਰੀ ਆ, ਠੀਕ ਹੈ? ਡੈਬਿਟ ਕਾਰਡ ਹੋਣਾ ਜ਼ਰੂਰੀ ਆ. ਲੇਕਿਨ ਪੇਮੈਂਟਸ ਨੂੰ ਹੁਣ ਆਪਾਂ ਜੇਕਰ ਦੇਖਿਆ ਜਾਵੇ ਤਾਂ ਇਮੈਂਟ ਕਰ ਦਿੱਤਾ ਗਿਆ ਹੈ, ਜਸਟ ਆਨਲਾਈਨ ਪੇਮੈਂਟ ਹੀ ਨਹੀਂ ਆ, ਕੈਸ਼ ਔਨ ਡਿਲੀਵਰੀ ਵੀ ਕਰ ਸਕਦੇ ਆ, ठीक है? अपन बैंक अकाउंट ਲਈ अपन क्रेडिट कार्ड, डेबिट कार्ड ਇਹਦੇ ਥਰੂ ਪੇਮੈਂਟ ਕਰ ਸਕਦੇ ਆ ਆਪਾਂ, ਠੀਕ ਹੈ? ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਬੈਂਕ ਜਾ ਕੇ ਹੀ ਬੈਂਕ ਦੇ ਥਰੂ ਹੀ ਪੇਮੈਂਟ ਕਰਨੀ ਪਵੇ, ਠੀਕ ਹੈ? ਚੈੱਕ ਬੁੱਕ, ਡੈਬਿਟ ਕਾਰਡ, ਗਿਫਟ ਕਾਰਡਸ, ਇਹ ਪੇਮੈਂਟਸ ਇਹਦੇ ਥਰੂ ਵੀ ਆਪਾਂ ਪੇਮੈਂਟ कर सकते हैं. Then online stores are usually available 24 hours a day. Online shopping ਆਪਾਂ 24 ਘੰਟੇ ਚ ਕਦੋਂ ਵੀ ਕਰ ਸਕਦੇ ਹਾਂ, ਕੋਈ ਪਾਰਟਿਕੂਲਰ ਨਹੀਂ ਹੈਗਾ ਕਿ ਹਾਂ ਜਿੱਦਾਂ ਆਪਾਂ ਨੂੰ ਸ਼ਾਪ ਤੇ ਟਾਈਮ ਹੁੰਦਾ ਹੈ 6 to 8 ਹਨਾ ਕਿ ਇਹਦੇ ਵਿੱਚ ਹੀ ਸ਼ਾਪਿੰਗ ਕਰਨੀ ਆ, ਲੇਕਿਨ ਆਨਲਾਈਨ ਸ਼ਾਪਿੰਗ ਜਦੋਂ ਮਰਜ਼ੀ ਕਰ ਸਕਦੇ ਹਾਂ. ਦੈਨ ਇੰਟਰਟੇਨਮੈਂਟ ਦੇ ਵਿੱਚ ਵੀ ਈ-ਕਮਰਸ ਬਹੁਤ ਜ਼ਰੂਰੀ ਹੈ. ਚਾਹੇ ਆਪਾਂ ਕੋਈ ਮੂਵੀਜ਼, ਵੀਡੀਓਜ਼, ਗੇਮਸ ਜਾਂ ਕੋਈ ਫਿਲਮਸ ਕੋਈ ਵੀ ਦੇਖਣੀ ਹੋਵੇ, ਆਪਾਂ ਆਨਲਾਈਨ ਇਹਨਾਂ ਚੀਜ਼ਾਂ ਨੂੰ ਸਰਚ ਕਰ ਸਕਦੇ ਹਾਂ, ਆਨਲਾਈਨ ਬਾਈ ਕਰ ਸਕਦੇ ਹਾਂ, ਆਨਲਾਈਨ ਬੁੱਕਸ ਖਰੀਦ ਸਕਦੇ ਹਾਂ, ਠੀਕ ਹੈ? ਆਨਲਾਈਨ ਹੀ ਆਪਾਂ ਜਿੱਦਾਂ ਵੀ ਕੰਮ ਆ ਆਨਲਾਈਨ ਕਰਕੇ ਆਪਣਾ ਟਾਈਮ ਆਉਣ ਜਾਣ ਲਈ ਟਾਈਮ ਬਚਾ ਸਕਦੇ ਹਾਂ, ਠੀਕ ਹੈ? ਆਪਣੇ ਘੱਟ ਪੈਸੇ ਤੇ ਆਪਾਂ ਇੰਟਰਟੇਨਮੈਂਟ ਵੀ ਕਰ ਸਕਦੇ ਹਾਂ. Then next is tools and technology for e-commerce. Is EDI, barcodes, electronic mail, internet, World Wide Web, product data exchange and electronic forms. EDI is the online data source. एक software तो दूसरे software ਦੇ ਵਿੱਚ ਆਪਣੇ data ਨੂੰ interchange ਕਰਨਾ, that is EDI. Barcodes, ਆਪਾਂ ਕੋਈ ਵੀ ਜਦੋਂ ਸਮਾਨ ਲੈਣ ਜਾਂਦੇ ਆ, ਠੀਕ ਹੈ? ਆਪਾਂ ਨੂੰ ਪਤਾ ਹਰੇਕ ਕੋਈ ਨੋਟਬੁੱਕ ਆ ਜਾਂ ਫਿਰ ਕੋਈ ਵੀ ਪ੍ਰੋਡਕਟ ਆ ਉਹਨਾਂ ਦੇ ਪਿੱਛੇ ਬਾਰਕੋਡਸ ਬਣੇ ਹੁੰਦੇ ਆ, ਉਹਦੇ ਥਰੂ ਕੀ ਆ ਉਹਨਾਂ ਦੇ ਹਰੇਕ ਯੂਨੀਕ ਪੈਟਰਨਸ ਹੁੰਦੇ ਆ, ਠੀਕ ਹੈ? ਆਪਾਂ ਨਾਰਮਲੀ ਤਾਂ ਉਹਨਾਂ ਨੂੰ ਕਹਿ ਦਿੰਦੇ ਆ ਜਸਟ ਲਾਈਨਸ ਆ, ਬਟ ਇਹ ਕੀ ਹੈ ਇੱਕ ਕੋਡਸ ਹੁੰਦੇ ਆ ਜਿਨ੍ਹਾਂ ਦੇ ਥਰੂ ਕੀ ਆ ਹਰੇਕ ਪ੍ਰੋਡਕਟ ਦੀ ਇਨਫੋਰਮੇਸ਼ਨ ਡਿਸਕ੍ਰਿਪਸ਼ਨ ਕੱਢੀ ਜਾ ਸਕਦੀ ਆ, ਠੀਕ ਹੈ? ਬਾਰ ਸਕੈਨਰ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਕੈਨ ਕੀਤਾ ਜਾਂਦਾ ਆ. ਨੈਕਸਟ ਇਜ਼ ਇਲੈਕਟ੍ਰੋਨਿਕ ਮੇਲ. ਇਲੈਕਟ੍ਰੋਨਿਕ ਮੇਲ ਦੇ ਵਿੱਚ ਕੀ ਹੁੰਦਾ ਆ, ਆਪਣਾ ਜਿਹੜਾ ਡਾਟਾ ਆ ਇੱਕ ਮੇਲ ਤੋਂ ਦੂਜੀ ਮੇਲ ਦੇ ਵਿੱਚ ਭੇਜਿਆ ਜਾ ਸਕਦਾ ਆ, ਠੀਕ ਹੈ? ਇੱਕ ਡਿਜੀਟਲ ਫਾਰਮ ਟੂ ਅਨਦਰ ਰਿਸਿਪਟ ਵਾਇਆ ਦਾ ਇੰਟਰਨੈਟ ਦੇ ਥਰੂ ਆਪਾਂ ਕੋਈ ਵੀ ਇਨਫੋਰਮੇਸ਼ਨ ਆ ਇੱਕ ਮੇਲ ਤੋਂ ਦੂਜੀ ਮੇਲ ਦੇ ਵਿੱਚ ਭੇਜ ਦਿੰਦੇ ਆ, ਦੈਟ ਇਜ਼ ਦਾ ਇਲੈਕਟ੍ਰੋਨਿਕ ਮੇਲ. ਇੰਟਰਨੈਟ ਅੱਜ ਦੇ ਯੁੱਗ ਵਿੱਚ ਸਭ ਤੋਂ ਜ਼ਰੂਰੀ ਬਣ ਚੁੱਕਿਆ ਆ, ਕਿਉਂਕਿ ਇੰਟਰਨੈਟ ਦੇ ਬਿਨਾ ਆਈ ਥਿੰਕ ਕੋਈ ਵੀ ਪਰਸਨ ਨਹੀਂ ਸੋਚਦਾ, ਜੇਕਰ ਆਪਾਂ ਕਹਿੰਦੇ ਆ ਕਿ ਇਜ਼ ਅ ਗਲੋਬਲ ਨੈਟਵਰਕ ਆਫ ਮਿਲੀਅਨਸ ਆਫ ਡਿਵਰਸ ਕੰਪਿਊਟਰ ਨੈਟਵਰਕ ਜਿਹਦੇ ਵਿੱਚ ਕਿ ਬਹੁਤ ਜ਼ਿਆਦਾ ਨੈਟਵਰਕ ਆਪਸ ਦੇ ਵਿੱਚ ਜੁੜੇ ਹੁੰਦੇ ਆ, ਠੀਕ ਹੈ? ਦੈਟ ਇਜ਼ ਦਾ ਇੰਟਰਨੈਟ ਦੇ ਥਰੂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਦੀ ਇਨਫੋਰਮੇਸ਼ਨ ਲੈ ਸਕਦੇ ਆ, ਠੀਕ ਹੈ? ਇੰਟਰਨੈਟ ਦੇ ਥਰੂ ਆਪਾਂ ਨੂੰ ਕੋਈ ਵੀ ਆਪਾਂ ਕਿਸੇ ਨਾਲ ਵੀ ਗੱਲਬਾਤ ਕਰ ਸਕਦੇ ਆ, ਇਹਨੂੰ ਆਪਣਾ ਜਿਹੜਾ ਬਿਜ਼ਨਸ ਆ ਉਹਨੂੰ ਵਧਾ ਸਕਦੇ ਆ, ਦੈਟ ਇਜ਼ ਦਾ ਇੰਟਰਨੈਟ. The next is World Wide Web. World Wide Web is the collection of the documents written and encoded with the hypertext markup language. World
ਵਰਲਡ ਵਾਈਡ ਵੈਬ ਕੀ ਹੁੰਦਾ ਹੈ, ਜਿਹਦੇ ਵਿੱਚ ਕਿ ਆਪਾਂ ਨੂੰ ਡਾਕੂਮੈਂਟਸ ਕੀ ਇਨਕੋਡਡ ਕੀਤੇ ਹੁੰਦੇ ਆ HTML ਦੀ ਫਾਰਮ ਦੇ ਵਿੱਚ। ਠੀਕ ਹੈ, ਆਪਾਂ ਕੋਈ ਵੀ ਜਦੋਂ ਵੀ ਡਾਟਾ ਆਪਾਂ ਆਪਣੀ ਕੋਈ ਵੈਬਸਾਈਟ ਬਣਾਉਂਦੇ ਆ, ਠੀਕ ਹੈ, ਉਹਨੂੰ ਕੀ ਆ ਐਗਜ਼ਾਮਪਲ HTML ਦੇ ਵਿੱਚ ਇਨਕੋਡਡ ਕੀਤਾ ਜਾਂਦਾ। ਠੀਕ ਹੈ, ਇਸੇ ਤਰੀਕੇ ਨਾਲ ਅਲੱਗ-ਅਲੱਗ ਬ੍ਰਾਊਜ਼ਰ ਸੌਫਟਵੇਅਰਸ ਲਈ ਅਲੱਗ-ਅਲੱਗ ਲੈਂਗੁਏਜਸ ਵਰਤੀਆਂ ਜਾਂਦੀਆਂ ਆ। ਠੀਕ ਹੈ, different kinds of information such as text, pictures, video, sounds, pointers immediately to the web pages। web pages ਦੇ ਇੱਕ ਵੈਬ ਪੇਜ ਨੂੰ ਬਣਾਉਣ ਲਈ ਉਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਦੀ ਲੋੜ ਪੈਂਦੀ ਹੈ, ਚਾਹੇ ਉਹਦੇ ਉੱਪਰ ਆਪਾਂ ਨੂੰ ਕੋਈ ਪਿਕਚਰ, ਕੋਈ ਟੈਕਸਟ, ਕੋਈ ਵੀਡੀਓ, ਉਹਨਾਂ ਸਾਰੇ ਚੀਜ਼ਾਂ ਨੂੰ ਮਿਲਾ ਕੇ ਠੀਕ ਹੈ ਇੱਕ ਵੈਬਸਾਈਟ ਕ੍ਰੀਏਟ ਹੁੰਦੀ ਹੈ। ਠੀਕ ਹੈ, ਉਹ ਵੈਬਸਾਈਟ ਨੂੰ ਜੋ ਡਾਟਾ ਬਰਾਊਜ਼ ਕਰਦਾ ਦੈਟ ਇਜ਼ ਅ ਵਰਲਡ ਵਾਈਡ ਵੈਬ। ਠੀਕ ਹੈ, ਜਦੋਂ ਵੀ ਆਪਾਂ ਕਿਸੇ ਵੈਬਸਾਈਟ ਨੂੰ ਸਰਚ ਕਰਦੇ ਹਾਂ ਲਿਖਦੇ ਹਾਂ ਨਾ www. ਵੈਬਸਾਈਟ ਦਾ ਨੇਮ। ਠੀਕ ਹੈ, ਕਿ ਆਪਾਂ ਨੂੰ ਇਹ ਨਹੀਂ ਹੈਗਾ ਕਿ ਉਹ ਜਸਟ ਵੈਬਸਾਈਟ ਕਿੱਥੇ ਵੀ ਜਾ ਆਪਾਂ ਕਿਸੇ ਵੀ ਕੋਨੇ ਵਿੱਚ ਬੈਠੇ ਹੋਈਏ ਦੇਸ਼ ਦੇ ਆਪਾਂ ਕਿਤੇ ਵੀ ਜਾ ਕੇ ਉਸ ਸਾਈਟ ਨੂੰ ਸਰਚ ਕਰ ਸਕਦੇ ਹਾਂ। ਦੈਟ ਇਜ਼ ਅ ਵਰਲਡ ਵਾਈਡ ਵੈਬ। ਐਨ ਐਕਸਿਸ ਪ੍ਰੋਡਕਟ ਡਾਟਾ ਐਕਸਚੇਂਜ, ਇਹਦੇ ਵਿੱਚ ਕੀ ਹੁੰਦਾ ਆ ਕਿ ਆਪਣੇ ਕਿਸੇ ਵੀ ਡਾਟਾ ਨੂੰ ਐਕਸਚੇਂਜ ਕਰਨਾ। ਠੀਕ ਹੈ, ਪ੍ਰੋਡਕਟ ਰੈਫਰਸ ਟੂ ਦ ਡਾਟਾ ਦੈਟ ਇਜ਼ ਨੀਡਡ ਟੂ ਡਿਸਕ੍ਰਾਈਬ ਦ ਪ੍ਰੋਡਕਟ ਸਮਟਾਈਮ, ਕਿ ਆਪਣਾ ਜਿਹੜਾ ਕੋਈ ਵੀ ਡਾਟਾ ਆ ਇੱਕ ਜਗ੍ਹਾ ਦੂਜੀ ਦੇ ਵਿੱਚ ਡਾਟਾ ਨੂੰ ਐਕਸਚੇਂਜ ਕਰਨਾ, ਡਾਟਾ ਇੰਟਰਚੇਂਜ ਕਰਨਾ। ਠੀਕ ਹੈ, ਜਿੱਦਾਂ ਹੁਣ ਮੰਨ ਲਓ ਕੈਟ ਦੀ ਇਨਫੋਰਮੇਸ਼ਨ ਹੁੰਦੀ ਹੈ ਕਿ ਆਪਾਂ ਉਹਨਾਂ ਦੇ ਵਿੱਚ ਕੀ ਆ ਡਾਟਾ ਨੂੰ ਇੰਟਰਚੇਂਜ ਕਰਨਾ ਥੋੜਾ ਔਖਾ ਹੁੰਦਾ, ਜਿੱਦਾਂ ਐਨੀਮੇਸ਼ਨ ਦੇ ਵਿੱਚ ਕਰਨਾ ਹਨਾ, ਕਿ ਆਪਾਂ ਕੋਈ ਚੀਜ਼ ਲਗਾ ਰਹੇ ਹਾਂ, ਕੋਈ ਗ੍ਰਾਫਿਕਸ ਆ। ਠੀਕ ਹੈ, ਜਿੱਦਾਂ ਆਪਾਂ ਮੰਨ ਲਓ ਕਿਸੇ ਨੂੰ ਕੋਈ ਸਟicker ਭੇਜਦੇ ਆ, WhatsApp ਦੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਰਹੀ ਹਾਂ ਸਿੰਪਲ ਜੀ, ਲੇਕਿਨ ਜੇਕਰ ਅਗਲੇ ਦੇ ਉਹ ਆਪਸ਼ਨ ਨਹੀਂ ਹੈਗਾ ਤਾਂ ਉਹਨੂੰ ਉਹ ਸਟicker ਸ਼ੋ ਨਹੀਂ ਹੋਏਗਾ। ਠੀਕ ਹੈ ਨਾ, ਸੋ ਇਸੇ ਤਰੀਕੇ ਨਾਲ ਹੀ ਕਿ ਆਪਾਂ ਨੂੰ ਪ੍ਰੋਪਰ ਉਸ ਚੀਜ਼ੇ ਨੂੰ ਉਹਨਾਂ ਚੀਜ਼ਾਂ ਨੂੰ ਜੇਕਰ ਆਪਣੇ ਕੋਲ ਪ੍ਰੋਪਰ ਚੀਜ਼ਾਂ ਨਹੀਂ ਹੈਗੀਆਂ ਤਾਂ ਉਹ ਡਾਟਾ ਕੀ ਆ ਇਨਵੈਲਿਡ ਡਾਟਾ ਹੋ ਜਾਏਗਾ, ਕਿਉਂਕਿ ਅਦਰ ਪਰਸਨ ਦੇ ਕੋਲ ਉਸ ਚੀਜ਼ ਦੀ ਫੈਕਲਟੀ ਨਹੀਂ ਹੈਗੀ, ਉਸ ਚੀਜ਼ ਦੀ ਉਹ ਚੀਜ਼ ਹੀ ਹੈ ਨਹੀਂ ਕਿ ਜਿਸ ਤਰ੍ਹਾਂ ਉਹ ਚੀਜ਼ ਨੂੰ ਦੇਖ ਸਕੇ। ਠੀਕ ਹੈ, ਉਹਨਾਂ ਲਈ ਕੀ ਆ ਉਹ ਡਾਟਾ ਇੰਟਰਚੇਂਜ ਕਰਨ ਲਈ ਦੋਨਾਂ ਦੇ ਕੋਲ ਪ੍ਰੋਪਰ ਰਿਕੁਆਇਰਮੈਂਟਸ ਹੋਣੀਆਂ ਬਹੁਤ ਜ਼ਰੂਰੀ ਹੈ। ਦੈਨ ਕੀ ਆ ਆਪਣਾ ਡਾਟਾ ਕੀ ਹੈ ਦੂਜੀ ਜਗ੍ਹਾ ਦੇ ਵਿੱਚ ਟ੍ਰਾਂਸਫਰ ਕਰਦਾ ਆ। ਠੀਕ ਹੈ, ਆਪਾਂ ਜਦੋਂ ਵੀ ਆਪਣੀ ਕੋਈ ਫਾਈਲ ਆਉਂਦੀ ਹੈ ਆਪਣੇ ਕੋਲ PDF ਨਹੀਂ ਹੁੰਦਾ ਦੈਨ ਉਹ ਆਪਾਂ ਨੂੰ ਫਾਈਲ ਓਪਨ ਨਹੀਂ ਹੁੰਦੀ। ਇਸੇ ਤਰੀਕੇ ਨਾਲ ਕੀ ਆ ਡਾਟਾ ਐਕਸਚੇਂਜ ਕਰਨਾ, ਕਿ ਉਹਦੀ ਇਨਫੋਰਮੇਸ਼ਨ ਨੂੰ ਸ਼ੇਅਰ ਕਰਨਾ, ਦੈਟ ਇਜ਼ ਅ ਪ੍ਰੋਡਕਟ ਡਾਟਾ ਐਕਸਚੇਂਜ, ਕਿ ਉਹਦੇ ਪ੍ਰੋਪਰ ਰਿਕੁਆਇਰਮੈਂਟਸ ਵੀ ਉਹਦੇ ਕੋਲ ਹੋਣ। ਇਲੈਕਟ੍ਰੋਨਿਕ ਫਾਰਮ ਕੀ ਜੇ ਆਪਾਂ ਆਨਲਾਈਨ ਫਾਰਮ ਭਰਦੇ ਹਾਂ, ਠੀਕ ਹੈ, ਜਿਹੜਾ ਆਪਾਂ ਕੋਈ ਵੀ ਕਿਸੇ ਵੀ ਕੋਈ ਜੌਬ ਲਈ ਜਾਂ ਐਡਮਿਸ਼ਨ ਦੇ ਲਈ ਆਨਲਾਈਨ ਫਾਰਮ ਭਰਦੇ ਹਾਂ ਦੈਟ ਇਜ਼ ਦਾ ਇਲੈਕਟ੍ਰੋਨਿਕ ਫਾਰਮ। ਪੇਮੈਂਟ ਪ੍ਰੋਸੈਸ, ਪੇਮੈਂਟ ਲਈ ਅਲੱਗ-ਅਲੱਗ ਪ੍ਰੋਸੈਸ ਹੁੰਦੇ ਆ, ਦੈਟ ਇਜ਼ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਸਮਾਰਟ ਕਾਰਡ, ਈ-ਮਨੀ ਐਂਡ EFT। ਠੀਕ ਹੈ, ਕ੍ਰੈਡਿਟ ਕਾਰਡ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਕ੍ਰੈਡਿਟ ਕਾਰਡ ਕੀ ਹੁੰਦਾ ਆ ਕਿ ਜਿਹਦੇ ਵਿੱਚ ਪੇਮੈਂਟ ਕੀ ਆ ਸਭ ਤੋਂ ਪਹਿਲਾਂ ਆਪਣੀ ਆਪਾਂ ਕੋਈ ਵੀ ਸਮਾਨ ਲਿਆ, ਠੀਕ ਹੈ, ਆਪਾਂ ਕ੍ਰੈਡਿਟ ਕਾਰਡ ਇਸ਼ੂ ਕਰਾਇਆ ਹੋਇਆ, ਦੈਨ ਉਹ ਆਪਾਂ ਉਹਦੇ ਥਰੂ ਪੇਮੈਂਟ ਕਰ ਦਿੱਤੀ, ਦੈਨ ਮਰਚੈਂਟ ਨੇ ਕੀ ਆ ਉਹ ਪੇਮੈਂਟ ਲੈ ਲਈ, ਉਸ ਤੋਂ ਬਾਅਦ ਉਹਨੇ ਉਹ ਸੇਲ ਸਲਿੱਪ ਕੱਢ ਲਈ ਤੇ ਉਹ ਸੇਲ ਸਲਿੱਪ ਦੇ ਥਰੂ ਜਿਹੜਾ ਬੈਂਕ ਦੇ ਕੋਲ ਜਾਂਦਾ ਆ ਐਂਡ ਬੈਂਕ ਕੀ ਆ ਉਹਨੂੰ ਪੇਮੈਂਟ ਦੇ ਦਿੰਦਾ ਆ। ਠੀਕ ਹੈ, ਕੀ ਆ ਮਤਲਬ ਟੈਂਪਰੇਰੀ ਕ੍ਰੈਡਿਟ ਕਾਰਡ ਕੀ ਆ ਆਪਣੀ ਪੇਮੈਂਟ ਕਰ ਦਿੰਦਾ, ਉਸ ਤੋਂ ਬਾਅਦ ਆਪਾਂ ਨੂੰ ਇੱਕ ਟਾਈਮ ਦਿੱਤਾ ਜਾਂਦਾ ਕਿ ਉਹਦੇ ਵਿੱਚ ਆਪਾਂ ਉਸ ਚੀਜ਼ ਦੀ ਪੇਮੈਂਟ ਬੈਂਕ ਨੂੰ ਦੇਣੀ ਹੁੰਦੀ ਆ। ਠੀਕ ਹੈ, ਇਹਦੇ ਵਿੱਚ ਕੀ ਆ ਕਾਰਡ ਹੋਲਡਰ ਕੀ ਹੁੰਦਾ ਕਸਟਮਰ, ਮਰਚੈਂਟ ਕੀ ਹੁੰਦਾ ਜਿਹਦੇ ਤੋਂ ਆਪਾਂ ਸਮਾਨ ਲਿਆ, ਕਾਰਡ ਇਸ਼ੂਅਰ ਬੈਂਕ ਜਿਹੜੇ ਬੈਂਕ ਨੇ ਇਸ਼ੂ ਕੀਤਾ ਕਾਰਡ, ਦ ਇਕਵਾਇਰ ਬੈਂਕ ਕੀ ਆ ਜਿਹੜਾ ਕਿ ਜਿੱਥੋਂ ਆਪਾਂ ਸਮਾਨ ਲਿਆ ਮਰਚੈਂਟ ਦਾ ਬੈਂਕ, ਐਂਡ ਦ ਕਾਰਡ ਬ੍ਰਾਂਡ, ਕਾਰਡ ਦਾ ਬ੍ਰਾਂਡ ਕਿਹੜਾ, ਜਿੱਦਾਂ ਵੀਜ਼ਾ, ਰੁਪੇ, ਮਾਸਟਰ ਕਾਰਡ, ਇਸ ਤਰ੍ਹਾਂ ਕਾਰਡ ਹੁੰਦੇ ਆ। ਠੀਕ ਹੈ, ਕਾਰਡ ਦਾ ਕ੍ਰੈਡਿਟ ਕਾਰਡ ਦਾ ਪ੍ਰੋਸੈਸ ਕੀ ਆ, ਸਭ ਤੋਂ ਪਹਿਲਾਂ ਕੀ ਆ ਬੈਂਕ ਇਸ਼ੂ, ਪਹਿਲਾਂ ਇੱਕ ਬੈਂਕ ਕੀ ਆ ਇਸ਼ੂ ਕਰਦਾ ਕਸਟਮਰ ਨੂੰ ਕ੍ਰੈਡਿਟ ਕਾਰਡ, ਦੈਨ ਉਸ ਤੋਂ ਬਾਅਦ ਕੀ ਆ ਕ੍ਰੈਡਿਟ ਕਾਰਡ ਦੇ ਥਰੂ ਜਦੋਂ ਮਰਚੈਂਟ ਦੇ ਕੋਲ ਜਾਂਦਾ ਕਸਟਮਰ ਉਹ ਆਪਣੀ ਚੀਜ਼ ਖਰੀਦਦਾ ਆ ਐਂਡ ਉਹ ਕਾਰਡ ਉਹਨੂੰ ਪ੍ਰੋਵਾਈਡ ਕਰਦਾ। ਮਰਚੈਂਟ ਕੀ ਆ ਉਹਦੀ ID ਲੈ ਕੇ ਉਸ ਕਾਰਡ ਨੂੰ ਸਵਾਈਪ ਕਰਦਾ, ID ਮੀਨਸ ਜਿੱਥੇ ਉਹ ਕਾਰਡ ਬਣਿਆ ਆ ਜਿਹਦੇ ਨਾਮ ਤੇ। ਠੀਕ ਹੈ, ਉਹ ਕਾਰਡ ਨੂੰ ਸਵਾਈਪ ਕਰਕੇ ਉਹਦੀ ਇਨਫੋਰਮੇਸ਼ਨ ਲੈ ਲੈਂਦਾ ਆ, ਦੈਨ ਮਰਚੈਂਟ ਕੀ ਆ ਇਕਵਾਇਰ ਬੈਂਕ ਕੋਲ ਜਾ ਕੇ ਉਹਦੀ ਆਪਣੀ ਜੋ ਪੇਮੈਂਟ ਬਣਦੀ ਆ ਉਹ ਲੈ ਲੈਂਦਾ ਆ, ਤੇ ਇਕਵਾਇਰਮੈਂਟ ਕੀ ਆ ਉਸ ਬ੍ਰਾਂਡ ਦੇ ਥਰੂ ਉਹ ਅਮਾਉਂਟ ਨੂੰ ਮਰਚੈਂਟ ਨੂੰ ਦੇ ਦਿੰਦਾ ਐਂਡ ਉਹ ਕਾਰਡ ਕੀ ਆ ਪੇਮੈਂਟ ਜਿਹੜੀ ਆ ਉਹ ਕਸਟਮਰ ਨੂੰ ਕਹਿ ਦਿੰਦਾ ਕਿ ਤੁਹਾਡੀ ਇੰਨੀ ਪੇਮੈਂਟ ਆ, ਤੁਸੀਂ ਇੰਨੇ ਟਾਈਮ ਦੇ ਵਿੱਚ ਉਹਨੂੰ ਜਮ੍ਹਾਂ ਕਰਾਉਣਾ ਆ। ਠੀਕ ਹੈ, ਨੈਕਸਟ ਇਜ਼ ਡੈਬਿਟ ਕਾਰਡ। ਡੈਬਿਟ ਕਾਰਡ ਕੀ ਹੁੰਦਾ ਆ ਜਿਹੜੇ ਆਪਾਂ ਆਪਣੇ ATM ਆਪਾਂ ਨੂੰ ਇਸ਼ੂ ਹੁੰਦੇ ਆ, ਦੈਟ ਇਜ਼ ਦਾ ATM ਕਾਰਡ, ਸੌਰੀ ਡੈਬਿਟ ਕਾਰਡ। ਠੀਕ ਹੈ, ਡੈਬਿਟ ਕਾਰਡ ਦੇ ਵਿੱਚ ਕੀ ਆ ਆਪਣੇ ਜੋ ਅਕਾਊਂਟ ਸਿੱਧੇ ਆਪਣੇ ਅਕਾਊਂਟ ਦੇ ਨਾਲ ਲਿੰਕ ਕੀਤੇ ਹੁੰਦੇ ਆ, ਅਕਾਊਂਟ ਦੇ ਵਿੱਚ ਆਪਣੀ ਜਿੰਨੀ ਵੀ ਆਪਣੇ ਜੋ ਵੀ ਆਪਾਂ ਸਮਾਨ ਲਿਆ ਸਿੱਧੇ ਪੈਸੇ ਆਪਣੇ ਅਕਾਊਂਟ ਦੇ ਵਿੱਚੋਂ ਕੱਟ ਹੋਣੇ ਆ, ਦੈਟ ਇਜ਼ ਦਾ ਡੈਬਿਟ ਕਾਰਡ।
नेक्स्ट इज स्मार्ट कार्ड। स्मार्ट कार्ड इज सिमिलर टू एज क्रेडिट कार्ड एंड डेबिट कार्ड। क्रेडिट के डेबिट कार्ड ਦੀ ਤਰ੍ਹਾਂ ਹੀ ਹੁੰਦੇ ਆ, ਠੀਕ ਹੈ। ਇਹਦੇ ਵਿੱਚ ਕੀ ਆਪਣੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ, ਆਪਣੀ ਕੋਈ ਵੀ ਇਨਫੋਰਮੇਸ਼ਨ ਨੂੰ ਸਟੋਰ ਕਰਨ ਲਈ, ਠੀਕ ਹੈ। ਆਪਣੀ ਪਰਸਨਲ ਇਨਫੋਰਮੇਸ਼ਨ ਨੂੰ ਸੇਵ ਕਰਨ ਲਈ ਇੱਕ ਮਨੀ ਸਟੋਰ ਕਰਦੇ ਆ ਇਹਦੇ ਵਿੱਚ, ਕਿ ਆਪਾਂ ਆਪਣੇ ਕੀ ਆ ट्रांजैक्शंस ਨੂੰ ਆਪਣੀ ਕੋਈ ਵੀ ट्रांजैक्शन ਕਰ ਸਕੀਏ, ਠੀਕ ਹੈ। ਹਰੇ ट्रांजैक्शन ਦੇ ਕੀ ਆਪਣੇ ਪੈਸੇ ਡਿਡਕਟ ਹੋ ਜਾਂਦੇ ਆਪਣੇ ਅਕਾਊਂਟ ਦੇ ਵਿੱਚੋਂ। ई मनी की ਹੁੰਦੀ ਹੈ, ਆਪਾਂ ਆਨਲਾਈਨ ਪੇਮੈਂਟ ਕਰਦੇ ਆ ई ਕੈਸ਼ ਦੇ ਥਰੂ, ई ਪੇਮੈਂਟ ਕਰਨਾ, ਠੀਕ ਹੈ। ਇਹਦੇ ਕੀ ਇੱਕ ਵੈਬਸਾਈਟਸ ਹੁੰਦੀ ਹੈ ਗਵਰਨਮੈਂਟ ਵੱਲੋਂ, ਜਿਹਦੇ ਵਿੱਚ ਕੀ ਆਪਾਂ ਆਪਣਾ ਡਾਟਾ ਕੀ ਆ ਸ਼ੇਅਰ ਕਰ ਸਕਦੇ ਆ, ਠੀਕ ਹੈ। ਦੈਨ ਨੈਕਸਟ ਇਜ਼ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਇਹਦੇ ਵਿੱਚ ਕੀ ਹੈ ਇੱਕ ਬੈਂਕ ਤੋਂ ਦੂਜੇ ਬੈਂਕ ਦੇ ਵਿੱਚ ਡਾਟਾ ਟ੍ਰਾਂਸਫਰ ਕਰਨਾ, ਠੀਕ ਹੈ। ਚਾਹੇ ਉਹ ਬੈਂਕ ਕੋਈ ਵੀ ਕਿਸੇ ਵੀ ਕੰਪਨੀ ਦਾ ਹੋਵੇ, ਸੌਰੀ ਕੋਈ ਵੀ ਬੈਂਕ ਕੋਈ ਵੀ ਹੋ ਸਕਦਾ ਆ, ਠੀਕ ਹੈ। ਜ਼ਰੂਰੀ ਨਹੀਂ ਹੈਗਾ ਜੇ ਆਪਾਂ SBI ਦੇ ਕਰ ਰਹੇ ਹਾਂ ਤਾਂ SBI ਦੇ ਵਿੱਚ ਹੀ ਪੇਮੈਂਟ ਕਰਨੀ ਹੈ, ਉਹ ਬੈਂਕ ਕੋਈ ਵੀ ਹੋ ਸਕਦਾ, ਕੈਪੀਟਲ, ਕੈਨਰਾ, ਕੋਈ ਵੀ ਬੈਂਕ ਹੋ ਸਕਦਾ ਆ, ਠੀਕ ਹੈ। ATM ਦੇ ਥਰੂ ਵੀ ਆਪਾਂ ਪੇਮੈਂਟ ਕਰ ਸਕਦੇ ਹਾਂ ਆਪਣੇ ਟ੍ਰਾਂਸਫਰ, ਡਾਟਾ ਟ੍ਰਾਂਸਫਰ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਫਿਊਚਰ ਸਕੋਪ। ਰਾਜੇ ਕੀ ਹੁਣ ਆਪਾਂ ਆਪਾਂ ਅੱਜ ਦੇਖੀਏ ਤਾਂ ਕਿੰਨੇ ਅਪ ਐਂਡ ਡਾਊਨਸ ਆਏ ਆ, ਠੀਕ ਹੈ। ਆਪਣਾ ਕਾਫੀ ਟਾਈਮ ਲੋਕਡਾਊਨ ਰਿਹਾ ਇਦਾਂ, ਲੇਕਿਨ ਫਿਰ ਵੀ ਆਨਲਾਈਨ ਜਿਹੜਾ ਸਕੋਪ ਆ ਉਹ ਡਿਕਰੀਜ਼ ਨਹੀਂ ਹੋਇਆ, ਉਹ ਇਨਕਰੀਜ਼ ਹੁੰਦਾ ਰਿਹਾ, ਠੀਕ ਹੈ। ਆਨਲਾਈਨ ਜਿਹੜਾ ਕੰਮ ਆ ਉਹ ਚੱਲਦਾ ਹੀ ਰਿਹਾ, ਠੀਕ ਹੈ। ਹੁਣ ਤੁਸੀਂ ਆਪੇ ਦੇਖੋਗੇ 2014 ਤੋਂ 2021 ਦੇ ਵਿੱਚ ਪ੍ਰੋਸੈਸ ਕੀ ਆ, ਪ੍ਰੋਗਰੈਸ ਕੀ ਆ, ਇਨਕਰੀਜ਼ ਹੋ ਰਹੀ ਹੈ, ਡਿਕਰੀਜ਼ ਨਹੀਂ ਹੋ ਰਹੀ, ਕਿਉਂਕਿ ਹਰੇਕ ਅੱਜ ਕੱਲ ਹਰੇਕ ਪਰਸਨ ਕੀ ਹੈ ਬਿਜ਼ੀ ਆ, ਠੀਕ ਹੈ। ਹਰੇਕ ਪਰਸਨ ਆਪਣੀ ਪਰਸਨਲ ਲਾਈਫ ਦੇ ਵਿੱਚ ਬਿਜ਼ੀ ਆ, ਸੋ ਦੈਟਸ ਵਾਈ ਕੀ ਆ ਉਹ ਉਸ ਸਕੋਪ ਨੂੰ ਉਹ ਇਹ ਕਹਿੰਦਾ ਕਿ ਉਹ ਘਰ ਬੈਠੇ ਹੀ ਉਹਨਾਂ ਚੀਜ਼ਾਂ ਨੂੰ ਖਰੀਦ ਸਕੇ। ਸੋ ਥੈਂਕ ਯੂ। ਜੇਕਰ ਕੋਈ ਕਿਸੇ ਦੀ ਕੋਈ ਕੁਐਰੀ ਆ ਦੈਨ ਮੈਨੂੰ ਪੁੱਛ ਸਕਦਾ ਆ। ਸੋ ਦਿਸ ਇਜ਼ ਦ ਲੈਕਚਰ। ਕਿਸੇ ਵੀ ਸਟੂਡੈਂਟ ਦੀ ਕਿਸੇ ਦੀ ਵੀ ਕੋਈ ਕੁਐਰੀ ਆ ਕੈਨ ਆਸਕ ਫਰੋਮ ਮੀ। Ma'am, please repeat the slides so that we can take the screenshot. Okay, ma'am. Okay, take it. ਸਕਰੀਨਸ਼ਾਟ ਲੈ ਲਓ, ਜੇ ਕਿਸੇ ਦੀ ਕੋਈ ਕੁਐਰੀ ਹੈ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ।
हेलो हेलो सपना मैम। हेलो। Thank you, ma'am. हेलो हेलो, हाँ जी सर। सपना मैम ਮੈਨੂੰ ਲੱਗਦਾ query ਕੋਈ ਹੈ ਨਹੀਂ ਇਹਨਾਂ ਦੀ ਪੈਂਡ ਕਰਦੀ ਹੈ जी। हाँ जी, हाँ जी सर, पीपीटी का स्क्रीनशॉट लेके ले लिया इन्होंने। ठीक है मैम जी। हाँ जी, ठीक है मैम, थैंक यू वेरी मच जी। ओके सर, थैंक यू सर।